चौंकी मान दी निराली नगरी, चौंकी मान दी निराली नगरी, जिला लुधियाना दस दे ओए चौंकी मान दी। चंडीगढ़ तो फिरोजपुर रोड ते, चंडीगढ़ तो फिरोजपुर रोड ते, चौंकी मान घुग वसदा ओए चंडीगढ़ तो। लोक कीर्ति सुभा दे साधु, लोक कीर्ति सुभा दे साधु, मेहनतां दी अग सेक दे ओए लोक कीर्ति। जिदे सूर में पुत्तां दी गाथा, जिदे सूर में पुत्तां दी गाथा, सूहा इतिहास दसदा ओए जिदे सूर में। आओ जानिए जड़ा नू पहचानिए, आओ जानिए जड़ा नू पहचानिए, चलो इतिहास खोजिए, आओ जानिए। ਲੁਧਿਆਣੇ ਤੋਂ ਫਿਰੋਜ਼ਪੁਰ ਵੱਲ ਨੂੰ ਜਾਂਦਿਆਂ ਮੇਨ ਰੋਡ ਦੇ ਉੱਤੇ ਖੱਬੇ ਪਾਸੇ ਇੱਕ ਗੇਟ ਦਿਖਾਈ ਦਿੰਦਾ ਹੈ, ਪਿੰਡ ਚੌਕੀ ਮਾਨ ਦਾ ਗੇਟ। ਇਸ ਗੇਟ ਦੇ ਉੱਤੇ ਕਾਲੇ ਪੱਥਰ ਲੱਗੇ ਨੇ ਤੇ ਉਸ ਕਾਲੇ ਪੱਥਰ ਦੇ ਉੱਤੇ ਸੁਨਹਿਰੀ ਅੱਖਰਾਂ ਦੇ ਨਾਲ ਕੁਝ ਨਾਮ ਖੁਦੇ ਨੇ। ਇਸ ਪਿੰਡ ਦੇ ਦੇਸ਼ ਭਗਤਾਂ ਦੇ ਨਾਮ, ਇਸ ਪਿੰਡ ਦਾ ਇਤਿਹਾਸ ਇਹਨਾਂ ਨਾਵਾਂ ਦੇ ਵਿੱਚੋਂ, ਇਸ ਗੇਟ ਦੇ ਵਿੱਚੋਂ ਹੀ ਬੋਲਦਾ ਹੈ। ਤੇ ਅਸੀਂ ਅੱਗੇ ਵਧਦੇ ਹਾਂ ਪਿੰਡ ਦੇ ਇਤਿਹਾਸ ਦੀ, ਇਸ ਦੀਆਂ ਜੜ੍ਹਾਂ ਦੀ ਤਲਾਸ਼ ਕਰਨ ਲਈ, ਪਿੰਡ ਦੇ ਲੋਕਾਂ ਨਾਲ ਮਿਲਣ, ਲੋਕਾਂ ਦੇ ਨਾਲ ਗੱਲ ਕਰਨ। ਅੱਜ ਇਸ ਪਿੰਡ ਦੀ ਪਰਿਕਰਮਾ ਕਰਦਿਆਂ ਅਸੀਂ ਚੌਕੀ ਮਾਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਇਸ ਪਿੰਡ ਦੇ ਮੋਹਤਬਰ ਲੋਕਾਂ ਦੇ ਨਾਲ ਬੈਠੇ ਹਾਂ। ਇੱਕ ਤਰ੍ਹਾਂ ਨਾਲ ਸੱਥ ਵਰਗਾ ਮਾਹੌਲ ਹੈ ਤੇ ਜਾਣਨਾ ਚਾਹਾਂਗੇ ਕਿ ਪਿੰਡ ਦੇ ਵਿੱਚ ਉਹ ਕੀ ਸੀ ਜਾਂ ਕੌਣ ਲੋਕ ਸੀ ਜਿਨ੍ਹਾਂ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਇਸ ਪਿੰਡ ਨੂੰ ਯਾਦ ਰੱਖਿਆ ਕਰਨ। ਕਿ ਅਸੀਂ ਆਪਦੇ ਵਿਰਸੇ ਨੂੰ ਸੰਭਾਲਣ ਦੇ ਨਾਲ ਨਾਲ ਅਸੀਂ ਆਪਦੇ ਪਿੰਡਾਂ ਨੂੰ, ਆਪਦੇ ਬਜ਼ੁਰਗਾਂ ਦੀ ਹਿਸਟਰੀ ਨੂੰ ਚੇਤੇ ਕਰੀਏ। ਸਾਡਾ ਪਿੰਡ ਜਿਹੜਾ ਹੈਗਾ ਇਹ ਤਕਰੀਬਨ 350 ਤੋਂ 400 ਸਾਲ ਦੇ ਪਹਿਲਾਂ ਇਹ ਵਸਿਆ ਸੀ। ਮੇਨ ਤੌਰ ਤੇ ਇਹ ਮਾਨਕੋਟ ਦੇ ਲੋਕਾਂ ਨੇ ਆ ਕੇ ਵਸਾਇਆ ਸੀ, ਪਰ ਫਿਰ ਕਲਾਰਾਂ ਦੇ ਲੋਕ ਥੋੜ੍ਹਾ ਜਿਹਾ ਜ਼ਿਆਦਾ ਭਾਰੂ ਸੀ ਇਸ ਏਰੀਏ 'ਤੇ। ਉਸ ਵੇਲੇ ਡਿਮਾਰਕੇਸ਼ਨ ਤਾਂ ਹੁੰਦੀ ਨਹੀਂ ਸੀਗੀ, ਏਰੀਆ ਬਦਲਣ ਦਾ ਰਿਵਾਜ਼ ਸੀ ਅਤੇ ਕਲਾਰਾਂ ਦੇ ਲੋਕ ਥੋੜ੍ਹੇ ਜਿਹੇ ਇਹਨਾਂ ਨੁਮਾਇੰਦਾਂ ਨੂੰ ਤੰਗ ਕਰਦੇ ਸੀ, ਇੱਧਰਲੇ ਪਾਸੇ ਨੂੰ ਬਦਲ ਨਹੀਂ ਸੀ ਦਿੰਦੇ ਅਤੇ ਫਿਰ ਢਾਲੀਵਾਲ ਪਰਿਵਾਰਾਂ ਨੂੰ ਉੱਥੇ ਲਿਆ। ਅੱਛਾ। ਅਤੇ ਢਾਲੀਵਾਲ ਪਰਿਵਾਰ ਥੋੜ੍ਹੇ ਜਿਹੇ ਪਹਿਲਾਂ ਲੜਾਕੂ ਟਾਈਪ ਦੇ ਸੀਗੇ ਅਤੇ ਉਹਨੂੰ ਫਿਰ ਵਸਾਇਆ ਵੀ ਉਹ ਕਲਾਰਾਂ ਵਾਲੇ ਪਾਸੇ ਗਿਆ। ਬੇਸ਼ੱਕ ਅੱਜ ਪਹਿਲਾ ਉਪਰਾਲਾ ਇਹ ਮੁਖਤਿਆਰ ਸਿੰਘ ਉਹਨਾਂ ਦੀ ਹਿੰਮਤ ਨਾਲ ਹੋਣ ਲੱਗਿਆ। ਕਾਫੀ ਸਾਰੇ ਚਿਰਾਗ ਇੱਥੇ ਅਣਗੌਲੇ ਚਲੇ ਗਏ ਆ। ਪਰ ਸੱਥ ਵਿੱਚ ਪਹੁੰਚਦਿਆਂ ਹੀ ਇੱਕ ਹੋਰ ਘੁੰਡੀ ਸਾਹਮਣੇ ਆ ਗਈ ਕਿ ਇਹ ਪਿੰਡ ਮਾਨ ਹੈ ਜਾਂ ਚੌਕੀ ਮਾਨ। ਇੱਕ ਗੱਲ ਮੇਰੇ ਸਮਝ ਨਹੀਂ ਆਈ ਕਿ ਜਦੋਂ ਅਸੀਂ ਸਕੂਲ ਪੜ੍ਹ ਗਏ ਉਹ ਸਕੂਲ ਤੇ ਲਿਖਿਆ ਹੋਇਆ ਚੌਕੀ ਗੁਰਦੁਆਰਾ ਸਾਹਿਬ ਤੇ ਲਿਖਦੇ ਚੌਕੀ। ਜਦੋਂ ਉੱਥੇ ਨਾਲ BLO ਨੇ ਲਿਖਿਆ ਸੀ ਕਿ ਬੂਥ ਨੰਬਰ ਇੰਨਾ ਪਿੰਡ ਮਾਨ। ਹਾਂਜੀ, ਸਾਡੇ ਪਿੰਡ ਦਾ ਨਾਮ ਜਿਹੜਾ ਪੋਸਟ ਆਫਿਸ ਮਾਨ ਨਹੀਂ, ਪੋਸਟ ਆਫਿਸ ਮਾਨ। ਮੈਂ ਤੁਹਾਨੂੰ ਦੱਸਦਾ ਜੀ,
ਚੌਕੀ ਮਾਨ ਜਿਹੜਾ ਪਿੰਡ ਆ ਉਹ ਕਾਗਜ਼ਾਂ 'ਚ ਬਣ ਜਾਂਦਾ। ਮਾਨ ਨਹੀਂ ਚੱਲਦਾ ਚੌਕੀ ਮਾਨ ਹੈ ਨਹੀਂ। ਨਹੀਂ, ਜਿਹੜਾ ਹੱਦਬਸਤ ਦੇ ਮੁਤਾਬਕ ਨੰਬਰ ਹੈ ਉਹ ਮਾਨ ਹੈ, ਸਾਡੇ ਰੈਵਨਿਊ ਡਿਪਾਰਟਮੈਂਟ ਦੀ ਮਾਨ ਹੈ। ਚੌਕੀ ਮਾਨ ਤਾਂ ਰੇਲਵੇ ਸਟੇਸ਼ਨ ਤੋਂ ਚੌਕੀ ਮਾਨ ਪਿਆ ਹੋਇਆ, ਇਹ ਕੋਈ ਕਾਗਜ਼ਾਂ ਦੇ ਵਿੱਚ ਨਾ ਨਹੀਂ। ਆਪਾਂ ਹੁਣ ਚੌਕੀ ਮਾਨ ਰੇਲਵੇ ਸਟੇਸ਼ਨ ਤੇ ਖੜੇ ਆ। ਇਹ ਪਿੰਡ ਦਾ ਜਿਹੜਾ ਨਾਂ ਆ, ਪਹਿਲਾ ਨਾਂ ਭਾਵੇਂ ਮਾਨ ਸੀਗਾ, ਬਾਅਦ ਦੇ ਵਿੱਚ ਚੌਕੀ ਮਾਨ ਪਿਆ। ਸਾਡਾ ਘਰ ਇੱਥੋਂ ਬਿਲਕੁਲ ਨਜ਼ਦੀਕ ਹੈ, 1 ਫਰਲਾਂਗ ਦੀ ਵਾਟ ਤੇ ਹੀ ਆ। ਅਸੀਂ ਛੋਟੇ ਹੁੰਦੇ ਹੀ ਅਕਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਜੀ। ਜਿਵੇਂ ਕਿਤਾਬਾਂ ਦੇ ਵਿੱਚ ਮੈਂ ਪੜ੍ਹਿਆ ਤੇ ਸੁਣਿਆ ਵੀ ਹੈ ਵੀ 14 ਅਕਤੂਬਰ 1914 ਨੂੰ ਇਸ ਰੇਲਵੇ ਸਟੇਸ਼ਨ ਦੇ ਉੱਤੇ ਹਥਿਆਰਾਂ ਦੀ ਬਿਲਟੀ ਆਈ ਸੀਗੀ। ਉਹ ਇਹ ਵੀ ਲਿਖਿਆ ਹੋਇਆ ਕਿਤਾਬਾਂ ਦੇ ਵਿੱਚ ਵੀ ਜਿਹੜੀ ਇਹ ਬਿਲਟੀ ਸੀਗੀ ਜਾਂ ਇਹ ਜਿਹੜਾ ਸਟੇਸ਼ਨ ਦਾ ਵਾਕਿਆ ਸੀਗਾ, ਉਹ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਵਾਕਿਆ ਸੀ ਗਦਰ ਮੂਵਮੈਂਟ ਦਾ, ਜਿੱਥੇ ਇਹਨਾਂ ਨੂੰ ਉਹ ਸਟੇਸ਼ਨ ਮਾਸਟਰ ਦੇ ਗੋਲੀ ਮਾਰਨੀ ਪਈ। ਉਹ ਜਿਹੜੀ ਸਟੇਸ਼ਨ ਮਾਸਟਰ ਦੇ 16 ਅਕਤੂਬਰ 1914 ਨੂੰ ਗੋਲੀ ਮਾਰੀ ਗਈ, ਉਹਦੀ ਉਸੇ ਵਕਤ ਹੀ ਮੌਤ ਹੋ ਜਾਂਦੀ ਹੈ। ਤੇ ਇਹ ਉਦੋਂ ਫਸਟ ਵਰਲਡ ਵਾਰ ਦਾ ਸਮਾਂ ਸੀਗਾ। ਗੌਰਮੈਂਟ ਵੀ ਹੋਰ ਪਾਸੇ ਅਲਝੀ ਹੋਈ ਸੀ ਤੇ 1 ਸਾਲ ਬਾਅਦ ਇਸ ਕੇਸ ਦਾ ਜਿਹੜਾ ਬਕਾਇਦਾ ਰੂਪ ਦੇ ਵਿੱਚ ਪਤਾ ਲੱਗਿਆ ਵੀ ਉਹ ਸਟੇਸ਼ਨ ਮਾਸਟਰ ਨੂੰ ਮਾਰਨ ਵਾਲੇ ਜਿਹੜੇ ਸੀਗੇ ਉਹ 3 ਬੰਦੇ ਸੀਗੇ। ਚੰਦਾ ਸਿੰਘ ਬੜੈਚ ਸੀਗਾ, ਤੇ ਸੈਕੰਡ ਸੀਗਾ ਜਗ ਸਿੰਘ ਸੁਰ ਸਿੰਘ ਵਾਲੇ, ਤੀਜੇ ਸੀਗੇ ਜੀਵਨ ਸਿੰਘ ਘੁਮਾਰਾ ਪਿੰਡ ਹੈ ਫਰੀਦਕੋਟ ਦੇ ਵਿੱਚ। ਉਹ ਤਿੰਨਾਂ ਦੇ ਉੱਤੇ ਇਹ ਕੇਸ ਚੱਲੇ। ਕੇਸ ਤੋਂ ਬਾਅਦ ਲੰਬਾ ਕੇਸ ਚੱਲਿਆ ਤੇ ਉਹ ਕੇਸ ਤੋਂ ਪਿੱਛੋਂ ਜਿਹੜਾ ਜਗ ਸਿੰਘ ਸੁਰ ਸਿੰਘ ਸੀ ਵਾਲਾ ਸੀ, ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਤੇ ਜੀਵਨ ਸਿੰਘ ਜਿਹੜਾ ਫਰੀਦਕੋਟ ਦੇ ਪਿੰਡ ਦਾ ਸੀਗਾ, ਉਸ ਨੂੰ ਕੁਝ ਸਮੇਂ ਦੀ ਸਜ਼ਾ ਹੋਈ। ਤੇ ਜਿਹੜਾ ਚੰਦਾ ਸਿੰਘ ਬੜੈਚ ਸੀ, ਉਹ ਇਸ ਤੋਂ ਪਹਿਲਾਂ ਹੀ ਇੱਕ ਮੁਕਾਬਲਾ ਹੋਇਆ ਸੀਗਾ ਮਿਸਰੀ ਵਾਲੇ ਪਿੰਡ ਦੇ ਵਿੱਚ, ਉੱਥੇ ਨਹਿਰ ਦੇ ਪੁਲ 'ਤੇ ਨਾਕਾ ਲੱਗਿਆ ਹੋਇਆ ਸੀਗਾ ਤੇ ਇਹਦੇ ਮੁਦਕੀ ਦੇ ਨੇੜੇ ਹੀ ਉਹ ਉੱਥੇ ਸ਼ਹੀਦ ਹੋ ਗਿਆ ਸੀ ਉਸ ਲੜਾਈ ਦੇ ਵਿੱਚ। ਇਹ ਜਿਹੜਾ ਸਾਰਾ ਕੁਝ ਚੱਲਦਾ ਰਿਹਾ, ਇਹ ਇਹਨਾਂ ਦੀਆਂ ਐਵੀਡੈਂਸਾਂ ਨੇ ਜਿਹੜੀਆਂ, ਉਹ ਜਿਹੜੇ ਮੁਕੱਦਮੇ ਨੇ ਜਾਂ ਹੋਰ ਹੈ, ਉਸ ਤੋਂ ਹੀ ਫਿਰ ਜਿਹੜਾ ਪੁਲਿਸ ਇੱਥੇ ਬਿਠਾਈ ਗਈ ਰੇਲਵੇ ਸਟੇਸ਼ਨ ਦੇ ਉੱਤੇ ਆਪਦੇ ਮੁਲਾਜ਼ਮਾਂ ਦੀ ਹਿਫਾਜ਼ਤ ਵਾਸਤੇ, ਉਹਨਾਂ ਦੀ ਸਿਕਿਉਰਿਟੀ ਵਾਸਤੇ। ਉਦੋਂ ਤੋਂ ਹੀ ਕਿਹਾ ਜਾਂਦਾ ਹੈ ਵੀ ਇਸ ਪਿੰਡ ਦਾ ਨਾਂ ਜਿਹੜਾ ਮਾਨ ਰੇਲਵੇ ਸਟੇਸ਼ਨ ਸੀਗਾ, ਉਹਦਾ ਨਾਂ ਚੌਕੀ ਮਾਨ ਰੇਲਵੇ ਸਟੇਸ਼ਨ ਬਣਾ ਦਿੱਤਾ। ਗੱਲ ਤਾਂ ਵਜਨਦਾਰ ਲੱਗਦੀ ਸੀ, ਪਰ ਫਿਰ ਵੀ ਇਸ ਵੱਡੀ ਘਟਨਾ ਦੀ ਪੁਸ਼ਟੀ ਲਈ ਅਸੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪਹੁੰਚੇ। ਗਦਰ ਲਹਿਰ ਦੇ ਖੋਜੀ ਇਤਿਹਾਸਕਾਰ ਸ਼੍ਰੀ ਚਰਨਜੀਤ ਲਾਲ ਕੰਗਣੀਵਾਲ ਜੀ ਤੋਂ ਇਸ ਤੱਥ ਦੀ ਤਸਦੀਕ ਕਰਵਾਉਣ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਕਰਕੇ ਦੇਸ਼ ਦੇ ਨਾਲ ਤਰੋ ਯਾਰੋ, ਦਾਗ ਕੌਮ ਦੇ ਮੱਥੇ ਨਾ ਲਾ ਜਾਣਾ। ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਤੇ, ਐਸੇ ਰਸਤਿਓਂ ਤੁਸੀਂ ਵੀ ਆ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਮਨਾਂ ਚੋਂ ਨਾ ਭੁਲਾ ਜਾਣਾ। ਕਿਤੇ ਮਨਾਂ ਚੋਂ ਨਾ ਭੁਲਾ ਜਾਣਾ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਮੈਨੂੰ ਚੌਂਕੀ ਮਾਨ ਪਿੰਡ ਦੀ ਸਰਾਸਰੀ ਜਿਹੜੀ ਜਾਣਕਾਰੀ ਉਦੋਂ ਪਈ ਸੀ ਜਦੋਂ ਮੈਂ ਗਦਰ ਮੂਵਮੈਂਟ ਦੇ ਯੋਧਿਆਂ ਤੇ ਕੰਮ ਸ਼ੁਰੂ ਕੀਤਾ। ਤੇ ਇਹ ਮੈਨੂੰ ਹੈਰਾਨੀ ਹੋਈ ਸੀ ਕਿ ਇੱਕ ਘਟਨਾ ਜਿਹੜੀ ਗਦਰੀ ਬਾਬਿਆਂ ਦੇ ਗਦਰ ਕਰਨ ਆਇਆਂ ਤੇ ਪਹਿਲਾਂ ਹੀ ਵਾਪਰ ਗਈ, ਤੇ ਉਹ ਘਟਨਾ ਸੀ ਚੌਂਕੀ ਮਾਨ ਦੇ ਰੇਲਵੇ ਸਟੇਸ਼ਨ ਦੀ। ਕਿਉਂਕਿ ਹਥਿਆਰਾਂ ਦੀ ਇੱਕ ਬਿਲਟੀ ਆਉਣੀ ਸੀ, ਤੇ ਉਹ ਬਿਲਟੀ ਜਦੋਂ ਕਿਸੇ ਦੀ ਡਿਊਟੀ ਲਾਤੀ ਕਿ ਸਟੇਸ਼ਨ ਤੇ ਜਾ ਕੇ ਉਹ ਬਕਸੇ ਦਾ ਪਤਾ ਕਰੋ।
ਉਹ ਗਏ ਤੇ ਸਟੇਸ਼ਨਾਂ ਤੇ ਪੁਲਾਂ ਤੇ ਉਦੋਂ ਅੰਗਰੇਜ਼ੀ ਹਕੂਮਤ ਨੇ ਪੁਲਿਸ ਦੇ ਪਹਿਰੇ ਲਾਤੇ ਸੀ ਤੇ ਜਿਹੜੇ ਵੱਡੇ ਪੁਲ ਸੀ ਉੱਥੇ ਫੌਜ ਵੀ ਸੀ। ਸੋ ਉਹ ਹਥਿਆਰਾਂ ਦਾ ਬਕਸਾ ਜਦੋਂ ਡਿਊਟੀ ਲਾਈ ਪਈ ਪਤਾ ਕਰੋ ਤੇ ਉੱਥੇ ਉਹਨਾਂ ਨੇ ਉਹ ਪੁਲਿਸੀਆ ਖੜਾ ਦੇਖਿਆ ਤੇ ਉਹਨਾਂ ਨੂੰ ਵਹਿਮ ਹੋ ਗਿਆ ਕਿ ਇਹ ਸ਼ਾਇਦ ਪੁਲਿਸੀਆ ਸਾਨੂੰ ਹੀ ਫਾੜਨ ਲਈ ਇੱਥੇ ਪੁਲਿਸ ਨੇ ਜਾਂ ਸਰਕਾਰ ਦੇ ਹੁਕਮ ਤੇ ਆਇਆ ਹੋਊਗਾ। ਉਹ ਵਾਪਸ ਮੁੜ ਗਏ ਉਵੇਂ ਹੀ ਤੇ ਬਾਅਦ ਦੇ ਵਿੱਚ ਫੇਰ ਗਏ ਉਹ। ਉਹਨਾਂ ਨੂੰ ਮੈਂ ਗਲਤਫਹਿਮੀ ਸ਼ਬਦ ਹੀ ਕਹੂੰਗਾ ਉਹਨਾਂ ਦੀ ਕਿ ਉਹਨਾਂ ਨੇ ਇਹ ਸੋਚ ਲਿਆ ਕਿ ਇਹ ਜਿਹੜਾ ਪੁਲਿਸੀਆ ਬੰਦਾ ਸੀ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਸਟੇਸ਼ਨ ਮਾਸਟਰ ਆ ਇਹਨੂੰ ਪੁੱਛ ਕੇ ਜਾਂ ਓਨ ਮੰਗਾਇਆ ਹੋਣਾ ਤੇ ਉਹ 16 ਅਕਤੂਬਰ 1914 ਨੂੰ ਇਹ ਸ਼ੁਰੂਆਤ ਆ ਗਦਰੀ ਦੇਸ਼ ਭਗਤਾਂ ਦੀ ਹਿੰਦੁਸਤਾਨ 'ਚ ਪੰਜਾਬ 'ਚ ਗਦਰ ਕਰਨ ਦੀਆਂ ਜਿਹੜੀਆਂ ਸਕੀਮਾਂ ਯੋਜਨਾਵਾਂ ਉਹ ਪਹਿਲੇ ਪੜਾਅ ਦੀ ਇਹ ਕਹਾਣੀਆਂ ਤੇ ਉਹਨਾਂ ਨੇ ਜਾਂਦਿਆਂ ਨੇ ਉਹ ਸਟੇਸ਼ਨ ਮਾਸਟਰ ਨੂੰ ਗੋਲੀ ਮਾਰੀ, ਉਹਨੂੰ ਮਾਰ ਦਿੱਤਾ। ਤੇ ਇੰਜ ਮਾਨ ਪਿੰਡ ਪੁਲਿਸ ਚੌਕੀ ਬੈਠਣ ਕਾਰਨ ਪੁਲਿਸ ਚੌਕੀ ਵਾਲਾ ਮਾਨ ਜਾਂ ਚੌਕੀ ਮਾਨ ਵਜੋਂ ਜਾਣਿਆ ਜਾਣ ਲੱਗਾ। ਜਿਵੇਂ ਕਿ ਦੱਸਿਆ ਗਿਆ ਹੈ ਕਿ ਮਾਨ ਪਿੰਡ ਕਾਫੀ ਪੁਰਾਣਾ ਇਤਿਹਾਸਕ ਪਿੰਡ ਹੈ, ਪਰ ਪਿੰਡ ਦੇ ਲੋਕ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਨੂੰ ਜਾਣਨ ਪੱਖੋਂ ਕਾਫੀ ਅਵੇਸਲੇ ਹਨ। ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਗੇਟ ਤੇ ਜਥੇਦਾਰ ਪ੍ਰਕਾਸ਼ ਸਿੰਘ ਸ਼ਹੀਦ ਮੁਦਕੀ ਦਾ ਨਾਮ ਤਾਂ ਲਿਖਿਆ, ਪਰ ਉਸ ਨਾਮ ਬਾਰੇ ਜਾਣਕਾਰੀ ਨਾਮ ਮਾਤਰ ਹੀ ਹੈ। ਇਤਿਹਾਸ ਦੇ ਪੰਨੇ ਪਲਟਦਿਆਂ ਮੁਦਕੀ ਤੇ ਆਲੀਵਾਲ ਦੋ ਮਹੱਤਵਪੂਰਨ ਜੰਗਾਂ ਦਾ ਜ਼ਿਕਰ ਮਿਲਦਾ ਹੈ ਜਿਹੜੀਆਂ ਐਂਗਲੋ ਸਿੱਖ ਵਾਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਉਪਰੰਤ ਅੰਗਰੇਜ਼ਾਂ ਦੀ ਭੈੜੀ ਨਜ਼ਰ ਦੇਸ਼ ਪੰਜਾਬ ਤੇ ਕਬਜ਼ਾ ਕਰਨ ਦੀ ਸੀ। 1845 ਵਿੱਚ ਮੁਦਕੀ ਦੇ ਸਥਾਨ ਤੇ ਸਿੰਘਾਂ ਤੇ ਫਰੰਗੀਆਂ ਦਾ ਘਮਾਸਾਨ ਯੁੱਧ ਹੋਇਆ। ਸਿੰਘਾਂ ਦੀ ਫੌਜ ਆਪਣੀ ਆਜ਼ਾਦੀ ਬਰਕਰਾਰ ਰੱਖਣ ਲਈ ਲੜੀ। ਇਸੇ ਜੰਗ ਦੇ ਵਿੱਚ 11 ਦਸੰਬਰ 1845 ਨੂੰ ਮਾਨ ਪਿੰਡ ਦਾ ਯੋਧਾ ਜਥੇਦਾਰ ਪ੍ਰਕਾਸ਼ ਸਿੰਘ ਮੁਦਕੀ ਸ਼ਹੀਦ ਹੋਇਆ ਸੀ। ਤੇ ਇਹੋ ਜਿਹੀ ਦੂਸਰੀ ਜੰਗ ਚੌਕੀ ਮਾਨ ਦੇ ਨੇੜਲੇ ਪਿੰਡ ਆਲੀਵਾਲ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਲੜੀ ਗਈ ਸੀ, ਜਿਸ ਵਿੱਚ 28 ਜਨਵਰੀ 1846 ਨੂੰ ਆਜ਼ਾਦੀ ਦਾ ਰਾਖਾ ਮਾਲ ਸਿੰਘ ਪਿੰਡ ਮਾਨ ਸ਼ਹਾਦਤ ਦਾ ਜਾਮ ਪੀ ਗਿਆ ਸੀ। ਇਹ ਇਤਿਹਾਸ ਹੈ ਤੇ ਪਿੰਡ ਇਸ ਇਤਿਹਾਸ ਤੋਂ ਅਵੇਸਲਾ ਹੈ। ਹਾਂਜੀ, ਮੇਰਾ ਨਾਮ ਹੈਗਾ ਮਨਜੀਤ ਸਿੰਘ ਧਾਲੀਵਾਲ। ਮੇਰਾ ਪੜਦਾਦਾ ਸੀਗਾ ਪ੍ਰਕਾਸ਼ ਸਿੰਘ ਤੇ ਉਹ ਮੁਦਕੀ ਦੇ ਜੰਗ ਦੇ ਵਿੱਚ ਸ਼ਹੀਦ ਹੋਏ ਪਾਈ ਹੈ ਜੀ। ਤੇ ਉਹ ਚੌਂਕੀਆਂ ਪਿੰਡ ਦੇ ਆ ਤੇ ਉਹਨਾਂ ਦਾ ਵੱਡਾ ਲੋਹੇ ਦਾ ਕੋਟ ਆ ਤੇ ਉਹ ਟਾਂਟਾ ਹੋਇਆ ਵਾ ਤੇ ਜੇ ਆਪਾਂ ਕੋਈ ਉਹਨੂੰ ਯਾਦਗਾਰ ਬਣਾਵਾਂਗੇ ਉਹ ਕੋਟ ਅਸੀਂ ਰੱਖਣ ਨੂੰ ਤਿਆਰ ਆ ਜਿੱਥੇ ਮਰਜ਼ੀ ਸੈੱਟ ਕਰ ਲਓ। ਆਲੀਵਾਲ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ, ਉਹ ਕੌਣ ਸੀਗੇ, ਉਹਨਾਂ ਦਾ ਕੀ ਇਤਿਹਾਸ ਹੈ, ਕੋਈ ਗੱਲਬਾਤ ਉਹਨਾਂ ਦੇ ਬਾਰੇ, ਤਾਂ ਕਿ ਅਗਲੀ ਪੀੜ੍ਹੀ ਨੂੰ ਕਿਤੇ ਭੁੱਲ ਹੀ ਨਾ ਜਾਵੇ ਕਿ ਸਾਡੇ ਬਜ਼ੁਰਗ ਕੌਣ ਸੀ। ਧੰਨਵਾਦ ਜੀ ਆਇਆਂ ਨੂੰ। ਜੋ ਤੁਸੀਂ ਇਸ ਨਗਰ ਦਾ ਮਾਣ ਵਧਾਉਣ ਲੱਗੇ ਹੋ, ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਦਾ ਪਤਾ ਕਰਨ ਵਾਸਤੇ ਆਏ ਹੋ। ਉਸ ਟਾਈਮ ਦੇ ਵਿੱਚ ਹਰ ਪਿੰਡ ਦੇ ਵਿੱਚੋਂ 5-5 ਬੰਦੇ ਸਿੱਖ ਜਥੇ ਦੇ ਵਿੱਚ ਭਰਤੀ ਕੀਤੇ ਹੁੰਦੇ ਸੀ। ਇਸ ਦੇ ਵਿੱਚ ਸਾਡੇ ਪਿੰਡ ਦੇ ਵੀ ਇਹ 5 ਸਿੱਖ ਭਰਤੀ ਹੋਏ, ਇਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਮੁਦਕੀ ਸ਼ਹੀਦ ਹੋਏ ਤੇ ਬਾਬਾ ਮਹਿਰ ਸਿੰਘ ਜੀ ਇਹ ਆਲੀਵਾਲ ਗੋਰਾਖਪੁਰੀ ਸੀ ਤੇ ਲੜਾਈ ਲੜਦੇ ਅੰਗਰੇਜ਼ਾਂ ਦੇ ਨਾਲ ਸ਼ਹੀਦ ਹੋਏ। ਇਹਨਾਂ ਦੀ ਪੀੜ੍ਹੀ ਹੁਣ ਤੱਕ ਚੱਲਦੀ ਆ। ਕੀ ਤੁਸੀਂ ਸੋਚਦੇ ਹੋ ਕਿ ਤੁਹਾਡੇ ਜਵਾਕਾਂ ਨੂੰ, ਤੁਹਾਡੇ ਪਿੰਡ ਦੇ, ਤੁਹਾਡੇ ਜਿਹੜੀ ਅਗਲੀ ਪੀੜ੍ਹੀ ਹੈ,
ਉਹਦੇ ਤੱਕ ਇਹਨਾਂ ਬਜ਼ੁਰਗਾਂ ਦੀ ਕਹਾਣੀ ਪਹੁੰਚੀ। ਬਿਲਕੁਲ ਜੀ, ਪਹੁੰਚਣੀ ਚਾਹੀਦੀ ਆ ਤਾਂ ਕਿ ਅੱਜ ਪਤਾ ਲੱਗ ਗਿਆ, ਪਿੰਡ ਦੇ ਵਿੱਚ ਪਤਾ ਲੱਗੂਗਾ ਵੀ ਹਾਂ ਜੀ ਸਾਡੇ ਪਿੰਡ ਦੇ ਵਿੱਚ ਸ਼ਹੀਦ ਹੋਏ ਨੇ, ਪਰ ਅੱਜ ਤੱਕ ਤਾਂ ਕੋਈ ਵੀ ਨਹੀਂ ਜਾਣਦਾ ਇਹਨੂੰ। ਇਹ ਜਾਣਦਾ ਵੀ ਸ਼ਹੀਦ ਹੋਇਆ, ਵੀ ਸ਼ਹੀਦ ਆ, ਬਾਬੇ ਸ਼ਹੀਦ ਆ, ਪਰ ਇਹ ਨਹੀਂ ਕਿਸੇ ਨੂੰ ਪਤਾ ਵੀ ਕਿੱਥੇ ਸ਼ਹੀਦ ਹੋਏ। ਥੋੜ੍ਹੀ ਜਾਣਕਾਰੀ ਹੋਊਗੀ ਪਹਿਲਾਂ। ਬਹੁਤ ਸ਼ਲਾਘਾਯੋਗ ਕਰਮ ਜੋ ਕਰ ਰਹੇ ਨੇ ਮਾਸਟਰ ਮੁਖਤਿਆਰ ਸਿੰਘ ਜੀ। ਉਹਨਾਂ ਦੇ ਅਨੁਸਾਰ ਜੋ ਸਾਡੇ ਬਜ਼ੁਰਗ ਹੋਏ ਨੇ ਬਾਬਾ ਮਹਿਲ ਸਿੰਘ ਜੀ ਚੌਕੀਮਾਨ, ਉਹਨਾਂ ਦਾ ਜੋ ਸ਼ਹਾਦਤ ਉਹਨਾਂ ਨੇ ਪ੍ਰਾਪਤ ਕੀਤੀ ਆਲੀਵਾਲ ਦੀ ਜੰਗ ਵਿੱਚ, ਐਂਗਲੋ ਇੰਡੀਅਨ ਜੋ ਵਾਰ ਹੋਈ ਆ ਉਹਦੇ ਵਿੱਚ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਹੌਲੀ ਹੌਲੀ ਜਦੋਂ ਤੇ ਸੁਰਤ ਸੰਭਲੀ ਆ ਉਦੋਂ ਤੇ ਅਸੀਂ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੇ ਬਾਰੇ ਸੁਣਦੇ ਰਹੇ ਸੀ, ਪਰ ਉਹਨਾਂ ਬਾਰੇ ਕੋਈ ਬਹੁਤਾ ਪਤਾ ਨਹੀਂ ਸੀ। ਪਰ ਹੁਣ ਪਤਾ ਲੱਗਿਆ ਕਿ ਉਹ 23 ਜਨਵਰੀ 1846 ਨੂੰ ਮੁਹਾਲੀਵਾਲ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਤੇ 5 ਬਜ਼ੁਰਗ ਸਾਡੇ ਸਰਾਭੇ ਤੋਂ ਆਏ ਸੀ, ਉਹਨਾਂ ਦੇ ਵਿੱਚ ਉਹ ਵੀ ਸੀਗੇ। ਉਹਨਾਂ ਨੇ ਸਾਰੀ ਜ਼ਿੰਦਗੀ ਮੈਰਿਜ ਨਹੀਂ ਕਰਵਾਈ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਕਹਿੰਦੇ ਆ ਵੀ ਉਹ ਭਰਤੀ ਸੀਗੇ। ਉਹ ਸਾਡੇ ਜਦੋਂ ਦੀ ਸਾਡੀ ਸੁਰਤ ਸੰਭਲੀ ਆ ਉਦੋਂ ਤੋਂ ਹੀ ਸਾਡੇ ਬੁਰਜ ਸਾਹਿਬ ਗੁਰਦੁਆਰਾ ਬਣਿਆ ਹੋਇਆ, ਉਹਨਾਂ ਦੀ ਯਾਦ ਦੇ ਵਿੱਚ ਇੱਕ ਵੱਡਾ ਸਾਰਾ ਬੁਰਜ ਹੁੰਦਾ ਸੀ। ਉੱਥੇ ਉਹਨਾਂ ਦੀ ਪੂਜਾ ਅਰਚਨਾ ਉਹਨਾਂ ਦੀ ਹੁੰਦੀ ਸੀ ਤੇ ਉੱਥੇ ਚਿਰਾਗ ਵਗੈਰਾ ਲੋਕ ਉਹਨਾਂ ਦੀ ਯਾਦ ਵਿੱਚ ਲਾਉਂਦੇ ਸੀ। ਹੁਣ ਵੀ ਹਰੇਕ ਮਹੀਨੇ ਦੀ 10ਵੀਂ ਨੂੰ ਕੀਰਤਨ ਹੁੰਦਾ, ਅਰਦਾਸ ਹੁੰਦੀ ਆ ਸ਼ਹੀਦਾਂ ਦੀ ਯਾਦ ਵਿੱਚ, ਉਹਨਾਂ ਦੀ ਯਾਦ ਵਿੱਚ। ਇੱਕ ਉੱਥੇ ਮੱਟੀ ਵੀ ਬਣਾਈ ਹੋਈ ਆ ਉਹਨਾਂ ਦੀ ਯਾਦ ਦੇ ਵਿੱਚ। ਉੱਥੇ ਲੋਕ ਜੋ ਸਾਡੇ ਬਰਾਦਰੀ ਦੇ ਨੇੜੇ ਤੇੜੇ ਦੇ ਲੋਕ ਆ ਉਹਨਾਂ ਦੀ ਪੂਜਾ ਵੀ ਕਰਦੇ ਨੇ, ਪਰ ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਉਹ ਕਿਸ ਜੰਗ ਦੇ ਵਿੱਚ ਕਿਵੇਂ ਸ਼ਹੀਦ ਹੋਏ ਸੀ। ਸੋ ਪਿੰਡ ਦੇ ਨਗਰ ਨਿਵਾਸੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਅਜਾਈ ਨਾ ਜਾਇਆ ਜਾਵੇ ਅਤੇ ਉਹਨਾਂ ਦੀ ਕੁਰਬਾਨੀ ਨੂੰ ਹੋਰ ਵੀ ਜਿੰਨੇ ਸਾਡੇ ਪਿੰਡ ਦੇ ਸ਼ਹੀਦ ਆ ਸਾਰਿਆਂ ਨੂੰ ਯਾਦ ਰੱਖਿਆ ਜਾਵੇ। ਕਾਮਾਗਾਟਾ ਮਾਰੂ ਦੇ ਵਿੱਚ ਗਏ ਅਤੇ ਜੈਤੋ ਦੇ ਮੋਰਚੇ ਦੇ ਵਿੱਚ ਗਏ ਤੇ ਬਾਕੀ ਹੋਰ ਵੀ ਜੋ ਵੀ ਸਾਡੇ ਸ਼ਹੀਦ ਸਤਿਕਾਰਯੋਗ ਆ ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਤੇ ਉਹਨਾਂ ਦੀ ਯਾਦ ਬਣਾਉਣੀ ਚਾਹੀਦੀ ਆ। ਤੇ ਮਾਸਟਰ ਮੁਖਤਿਆਰ ਸਿੰਘ ਹੋਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਬਹੁਤ ਹੀ ਡੂੰਘੀ ਖੋਜ ਕਰਕੇ ਦੂਰ ਦੂਰ ਜਾ ਕੇ ਪਿੰਡਾਂ ਦੇ ਵਿੱਚੋਂ ਪਤਾ ਕਰਕੇ ਪੜਚੋਲ ਕਰਕੇ ਉਹਨਾਂ ਬਾਰੇ ਖੋਜ ਕਰਕੇ ਇਹ ਇੱਕ ਪਿੰਡ ਦਾ ਇਤਿਹਾਸ ਲਿਖ ਰਹੇ ਨੇ। ਅਸੀਂ ਸਾਰੇ ਮਾਸਟਰ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉੱਚੇ ਆਦੇ ਕਈ ਫੌਜ ਵਿੱਚ ਲੈ ਗਏ, ਉੱਚੇ ਆਦੇ ਕਈ ਫੌਜ ਵਿੱਚ ਲੈ ਗਏ, ਸ਼ਹੀਦ ਆਲੀਵਾਲ ਮੁੱਦਕੀ ਉੱਚੇ ਆਦੇ। ਗੱਲ ਲੱਗੇ ਤੁਰੀ ਤਾਂ ਕਾਮਾਗਾਟਾ ਮਾਰੂ ਜਹਾਜ਼ ਦਾ ਜ਼ਿਕਰ ਆ ਗਿਆ। 376 ਭਾਰਤੀ ਮੁਸਾਫਰਾਂ ਨੂੰ ਲੈ ਕੇ ਕੈਨੇਡਾ ਲਈ ਤੁਰਿਆ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਤੇ ਪਹੁੰਚ ਗਿਆ, ਪਰ ਕੈਨੇਡਾ ਦੀ ਗਵਰਨਮੈਂਟ ਨੇ ਉੱਥੇ ਦਾਖਲ ਨਾ ਹੋਣ ਦਿੱਤਾ ਤੇ 26 ਜੁਲਾਈ 1914 ਨੂੰ ਭੁੱਖਣ ਪਾਣੇ ਮੁਸਾਫਰ ਵਾਪਸ ਹਿੰਦੁਸਤਾਨ ਲਈ ਚੱਲ ਪਏ ਤੇ 2 ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ 26 ਸਤੰਬਰ 1914 ਨੂੰ ਵਜਵਜ ਘਾਟ ਕਲਕੱਤੇ ਪਹੁੰਚ ਗਏ। ਇਹਨਾਂ ਮੁਸਾਫਰਾਂ ਦੇ ਵਿੱਚ ਚੌਕੀਮਾਨ ਦੇ 2 ਯਾਤਰੀ ਬਾਬਾ ਲਾਲ ਸਿੰਘ ਤੇ ਬਾਬਾ ਸੁੰਦਰ ਸਿੰਘ ਸਨ ਤੇ ਤੋਸ਼ਾ ਮਾਰੂ ਜਹਾਜ਼ ਰਾਹੀਂ ਇੱਥੋਂ ਦੇ ਹੀ ਨਰਾਇਣ ਸਿੰਘ ਇਸ ਧਰਤੀ ਤੇ ਉਹਨਾਂ ਹੀ ਦੁਸ਼ਵਾਰੀਆਂ ਨੂੰ ਚੱਲ ਕੇ ਪਹੁੰਚੇ। ਆਓ ਇਹਨਾਂ ਦੇ ਇਤਿਹਾਸ ਨੂੰ ਜਾਣੀਏ। ਬਾਬਾ ਲਾਲ ਸਿੰਘ ਤੇ ਸੁੰਦਰ ਸਿੰਘ 2 ਸਵਾਰ ਕਾਮਾਗਾਟਾ ਮਾਰੂ ਦੇ ਜਿਹੜੇ ਵਜਵਜ ਘਾਟ ਤੇ ਫੜੇ ਗਏ ਸੀ ਤੇ ਉਹਨਾਂ ਸਾਰਿਆਂ ਨੂੰ ਉਹ ਇੱਕ ਲੰਬਾ ਇਤਿਹਾਸ ਆ, ਪਰ ਕਾਮਾਗਾਟਾ ਮਾਰੂ ਇਹ ਕਿਹਾ ਜਾ ਸਕਦਾ ਕਿ ਇਹ ਤਤਕਾਲੀ ਕਾਰਨ ਬਣਿਆ ਗਦਰ ਪਾਰਟੀ ਲਈ ਕਿ ਹੁਣ ਚੱਲੀਏ ਤਾਂ ਗਦਰ ਮਚਾਈਏ ਹਿੰਦੁਸਤਾਨ 'ਚ। ਵੈਨਕੂਵਰ ਵਿੱਚ ਜਿਹੜੇ ਸਾਡੇ ਪੰਜਾਬ ਦੇ ਪ੍ਰਵਾਸੀ ਉਹਨਾਂ ਨੇ ਇਹ ਤਹਈਆ ਵੀ ਕਰ ਲਿਆ ਸੀ ਕਿ ਜੇ ਇਹ ਕੋਈ ਕਿਸੇ ਗੱਲ ਕੜੇ ਬੈਠੀ ਨਾ ਤੇ ਅਸੀਂ ਆਪਣੇ ਮੁਸਾਫਰਾਂ ਨੂੰ ਭਰਾਵਾਂ ਨੂੰ ਬਚਾਉਣ ਲਈ ਵੈਨਕੂਵਰ ਸ਼ਹਿਰ ਸਾੜ ਦਿਆਂਗੇ। ਤੇ ਅਸੀਂ ਕਾਮਾਗਾਟਾ ਮਾਰੂ ਦੇ ਯਾਤਰੀ ਬਾਬਾ ਲਾਲ ਸਿੰਘ ਦੇ ਘਰ ਦਾ ਕੁੰਡਾ ਜਾ ਖੜਕਾਇਆ
ਘਰ ਦੇ ਵਿੱਚ ਉਸ ਦੀ ਸਿਰਫ ਫੋਟੋ ਸੀ ਜਾਂ ਯਾਦਾਂ। ਹਾਂਜੀ, ਮੈਂ ਸੁਖਦੇਵ ਸਿੰਘ ਮਾਨ, ਵਾਈਸ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ। ਇਹ ਦੱਸਦਾ ਹਾਂ ਕਿ ਮੇਰੇ ਦਾਦਾ ਜੀ ਸਰਦਾਰ ਲਾਲ ਸਿੰਘ ਮਾਨ, ਜੋ ਕਿ ਕਾਮਾ ਗਾਟਾ ਮਾਰੂ ਲਹਿਰ ਨਾਲ ਸੰਬੰਧਿਤ ਰਹੇ ਹਨ ਅਤੇ ਉਸ ਜਹਾਜ਼ ਨਾਲ ਸੰਬੰਧਿਤ ਰਹੇ ਹਨ। ਉਹਨਾਂ ਦਾ ਜਨਮ 1880 ਵਿੱਚ ਹੋਇਆ ਅਤੇ ਉਹਨਾਂ ਦੀ ਮੌਤ 1971 ਵਿੱਚ ਹੋਈ। ਅਤੇ ਉਹਨਾਂ ਦੇ ਬਾਬਾ ਗੁਰਦਿੱਤ ਸਿੰਘ ਜੀ, ਜੋ ਕਿ ਕਾਮਾ ਗਾਟਾ ਮਾਰੂ ਲਹਿਰ ਦੇ ਮੋਢੀ ਸੀ, ਉਹਨਾਂ ਨਾਲ ਬਹੁਤ ਨੇੜਲੇ ਸੰਬੰਧ ਸੀ ਅਤੇ ਉਹਨਾਂ ਕੋਲ ਨੇੜਲੇ ਪਿੰਡਾਂ ਦੇ ਗਦਰੀ ਵੀ ਬਾਬੇ ਆਉਂਦੇ ਸੀ, ਜਿਵੇਂ ਢੁੱਡੇਕਿਆਂ ਤੋਂ ਅਤੇ ਹੋਰ ਕਈ ਪਿੰਡਾਂ ਤੋਂ। ਅਤੇ ਸਾਡੇ ਪਿੰਡ ਦੇ ਵੀ 3 ਬੰਦੇ ਉਸ ਜਹਾਜ਼ ਦੇ ਵਿੱਚ ਸੀਗੇ, ਸਰਦਾਰ ਸੁੰਦਰ ਸਿੰਘ ਅਤੇ ਸਰਦਾਰ ਰੁੜੀਆ ਸਿੰਘ। ਅਤੇ ਇਹ ਇਕੱਠੇ ਗਏ ਅਤੇ ਜਦੋਂ ਉੱਥੋਂ ਫਿਰ ਜਹਾਜ਼ ਨੂੰ ਕੈਨੇਡਾ ਨਹੀਂ ਪਹੁੰਚਣ ਦਿੱਤਾ, ਬੰਦਰਗਾਹ ਤੋਂ ਵਾਪਸ ਕੀਤਾ, ਤਾਂ ਇਹਨਾਂ ਨੇ ਕਲਕੱਤੇ ਆ ਕੇ ਮੀਆਂ ਵਾਲੀ ਜੇਲ੍ਹ ਕੱਟੀ। ਅਤੇ ਜਦੋਂ ਜੇਲ੍ਹ ਤੋਂ ਇਹ ਵਾਪਸ ਆਏ ਤਾਂ ਉਸ ਤੋਂ ਬਾਅਦ ਵੀ ਇਹਨਾਂ ਨੇ ਆਪਣੇ ਮਤਲਬ ਜੀਵਨ ਦੇ ਵਿੱਚ ਸਰਗਰਮੀਆਂ ਜਾਰੀ ਰੱਖੀਆਂ, ਗਦਰ ਲਹਿਰ ਦੇ ਨਾਲ ਸੰਬੰਧਿਤ, ਅਤੇ ਗਦਰੀਆਂ ਨਾਲ ਮਿਲਦੇ ਵਰਤਦੇ ਰਹੇ। ਉਸ ਤੋਂ ਬਾਅਦ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਸਰਕਾਰ ਨੇ ਇਹਨਾਂ ਨੂੰ ਪੈਨਸ਼ਨਾਂ ਵੀ ਲਾਈਆਂ ਅਤੇ ਹੋਰ ਮੁਰੱਬੇ ਵੀ ਦਿੱਤੇ, ਪਰ ਇਹਨਾਂ ਨੇ ਸਾਰਾ ਕੁਝ ਠੁਕਰਾ ਦਿੱਤਾ। ਇਹਨਾਂ ਨੇ ਕੋਈ ਮੁਰੱਬਾ ਨਹੀਂ ਲਿਆ, ਕੁਛ ਨਹੀਂ ਲਿਆ। ਇਹਨਾਂ ਨੇ ਕਿਹਾ ਵੀ ਜੋ ਵੀ ਅਸੀਂ ਆਪਣਾ ਉਹ ਕੀਮਤੀ ਸਮਾਂ ਜਾਂ ਜੋ ਵੀ ਟਾਈਮ ਸੀ ਅਸੀਂ ਆਪਣੇ ਦੇਸ਼ ਲਈ ਕੀਤਾ, ਅਸੀਂ ਆਪਣੇ ਕੋਈ ਨਿੱਜੀ ਹਿੱਤ ਦੀ ਪੂਰਤੀ ਲਈ ਨਹੀਂ ਕੀਤਾ। ਪਰ ਫਿਰ ਵੀ ਸਰਕਾਰ ਵੱਲੋਂ ਇਹਨਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਕੁਝ ਰਾਸ਼ੀ ਮਿਲਦੀ ਰਹੀ ਅਤੇ ਇਹਨਾਂ ਨੇ ਆਪਣਾ ਜੀਵਨ ਦੇ ਵਿੱਚ ਸਭ ਤੋਂ ਜਿਹੜਾ ਵਡਮੁੱਲਾ ਸਮਾਂ ਸੀ ਉਹ ਇਸ ਲਹਿਰ ਨੂੰ ਸਮਰਪਿਤ ਕੀਤਾ। ਸਰਦਾਰ ਗੁਰਜੀਤ ਸਿੰਘ ਜੀ, ਅਸੀਂ ਬਹੁਤ ਧੰਨਭਾਗੇ ਹਾਂ ਕਿ ਸਰਦਾਰ ਸੁੰਦਰ ਸਿੰਘ ਹੋਰੀ, ਜਿਹੜੇ ਕਿ ਜੇ ਉਸ ਟਾਈਮ ਦਾ ਇਤਿਹਾਸ ਦੇਖਿਆ ਜਾਵੇ ਕਾਮਾ ਗਾਟਾ ਮਾਰੂ ਦਾ, ਉਹਦੇ ਵਿੱਚ ਕਿੰਨੀਆਂ ਮੁਸੀਬਤਾਂ ਕੱਟ ਕੇ ਉਹਨਾਂ ਨੇ ਬਾਕੀ ਲੋਕਾਂ ਨੂੰ ਉਸ ਜਗ੍ਹਾ 'ਤੇ ਜਾਣ ਜੋਗੇ ਕੀਤਾ। ਕੈਨੇਡਾ ਦੇ ਵਿੱਚ ਵੈਨਕੂਵਰ ਦੇ ਉਸ ਘਾਟ ਦੇ ਉੱਤੇ ਜਿੱਥੇ ਜਹਾਜ਼ ਲੱਗਣਾ ਸੀ, ਕਿੰਨੀਆਂ ਦੁਸ਼ਵਾਰੀਆਂ, ਕਿੰਨੀਆਂ ਔਖਿਆਈਆਂ ਕੱਟੀਆਂ ਉਹਨਾਂ ਲੋਕਾਂ ਨੇ, ਤਾਂ ਲੋਕ ਜਾਣ ਲੱਗੇ ਨੇ। ਸੋ ਤੁਸੀਂ ਉਹਨਾਂ ਦੀ ਚੌਥੀ ਪੀੜ੍ਹੀ 'ਚੋਂ, ਮੈਂ ਚਾਹੁੰਦਾ ਕਿ ਤੁਸੀਂ ਸਾਨੂੰ ਉਹਨਾਂ ਦੇ ਬਾਰੇ ਜਿੰਨਾ ਕੁ ਤੁਸੀਂ ਸੁਣਿਆ ਬਜ਼ੁਰਗਾਂ ਤੋਂ ਜਾਂ ਕਿਵੇਂ, ਉਹ ਜ਼ਰੂਰ ਚਾਨਣਾ ਪਾਓ ਕਿ ਉਹ ਉੱਥੇ ਕਿਵੇਂ ਗਏ ਸੀ, ਕੀ ਦੱਸਦੇ ਸੀ, ਕਿੰਨੀਆਂ ਤਕਲੀਫਾਂ ਕੱਟੀਆਂ ਉਹਨਾਂ ਨੇ। ਦੇਖੋ ਜੀ, ਅਸੀਂ ਤਾਂ ਉਹਨਾਂ ਨੂੰ ਜਿੱਦਾਂ ਸਾਨੂੰ ਦੱਸਿਆ ਗਿਆ ਕਿ ਉਹ ਗਦਰੀ ਬਾਬਿਆਂ ਦੇ ਨਾਂ ਨਾਲ ਜਾਣੇ ਜਾਂਦੇ ਸੀ ਅਤੇ ਉਹ ਜਦੋਂ ਅੰਗਰੇਜ਼ ਹਕੂਮਤ ਸੀ ਉਦੋਂ ਇੱਧਰੋਂ ਗਏ ਕੈਨੇਡਾ ਦੇ ਵਿੱਚ, ਸਿਪ ਦੇ ਵਿੱਚ ਗਏ। ਉਹਨਾਂ ਦਾ ਕਿੰਨਾ ਸਿਪ ਰੋਕੀ ਰੱਖਿਆ। ਉਸ ਤੋਂ ਬਾਅਦ ਉਹ ਪਤਾ ਨਹੀਂ ਕਿੰਨੀ ਦੇਰ ਬਾਅਦ, ਇਹ ਤਾਂ ਹੁਣ ਆਪਾਂ ਨੂੰ ਇੰਨਾ ਪਤਾ ਨਹੀਂ ਆ ਕਿ ਜਦੋਂ ਸਿਪ ਵਾਪਸ ਮੁੜ ਕੇ ਆਇਆ ਕਲਕੱਤੇ ਬੰਦਰਗਾਹ 'ਤੇ ਲੱਗਣ ਨਹੀਂ ਸੀ ਦਿੱਤਾ। ਉਸ ਤੋਂ ਬਾਅਦ ਉਹਦੇ ਵਿੱਚੋਂ ਕਿੰਨੇ ਸਿੰਘ ਸ਼ਹੀਦ ਕਰਤੇ, ਕੁਛ ਕਾਲੇ ਪਾਣੀ ਭੇਜਤੇ ਅਤੇ ਉਹਨਾਂ ਦੀ ਕੋਈ ਗਿਣਤੀ ਨਹੀਂ ਸੀ। ਅਤੇ ਇੰਨਾ ਕੁ ਥੋੜ੍ਹਾ ਬਹੁਤ ਜਿੰਨਾ ਕੁ ਜਾਣਦੇ ਹਾਂ ਸਾਨੂੰ ਪਤਾ ਲੱਗਦਾ ਵਾ, ਉਹਨਾਂ ਕੁ ਅਸੀਂ ਤੁਹਾਨੂੰ ਬਿਆਨ ਕਰ ਸਕਦੇ ਹਾਂ। ਅੱਗੇ ਗਾਂ ਬੱਚਿਆਂ ਨੂੰ ਵੀ ਦੱਸਦੇ ਹਾਂ ਵੀ ਆਪਣੇ ਪੜਦਾਦਾ ਜੀ ਸੀਗੇ ਜੋ ਕਿ ਉਸ ਟਾਈਮ ਦੇ ਵਿੱਚ, ਅਤੇ ਉਹਨਾਂ ਨੇ ਬਹੁਤ ਜਾਣੀ ਵੱਡੀ ਕੁਰਬਾਨੀ ਕੀਤੀ ਆ। ਪਿੰਡ ਦੇ 2-4 ਹੋਰ ਬੰਦੇ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਸੀਗੇ, ਮੇਰੇ ਖਿਆਲ 3 ਕਿ 4 ਬੰਦੇ ਪਿੰਡ ਦੇ ਉਸ ਜਹਾਜ਼ ਦੇ ਵਿੱਚ ਸੀ ਉਸ ਟਾਈਮ ਦੇ ਵਿੱਚ। ਅਤੇ ਉਹਨਾਂ ਦੇ ਵਿੱਚ ਮੇਰੇ ਪੜਦਾਦਾ ਜੀ ਵੀ ਸੀਗੇ, ਸਰਦਾਰ ਸੁੰਦਰ ਸਿੰਘ ਜੀ। ਮੈਂ ਸਰਦਾਰ ਸੂਬੇਦਾਰ ਸ਼ਮਸ਼ੇਰ ਸਿੰਘ, ਪਿੰਡ ਚੌਂਕੀਮਾਨ, ਸੁਪੁੱਤਰ ਸਰਦਾਰ ਜੀਤ ਸਿੰਘ, ਪੜਪੋਤਾ ਸਰਦਾਰ ਨਰੈਣ ਸਿੰਘ। ਤੋਸ਼ਾ ਮਾਰੂ ਨਾਮ ਦਾ ਮਸ਼ਹੂਰ ਜਹਾਜ਼ 19 ਅਕਤੂਬਰ 1914 ਨੂੰ ਕਲਕੱਤਾ ਦੀ ਬੰਦਰਗਾਹ 'ਤੇ ਆ ਕੇ ਲੱਗਾ, ਜਿਸ ਵਿੱਚ 108 ਮੁਸਾਫਰ ਸਨ। 108 ਮੁਸਾਫਰਾਂ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ 15 ਆਜ਼ਾਦੀ ਘੁਲਾਟੀਏ ਸਨ। ਉਹਨਾਂ 15 ਦੇ ਵਿੱਚ ਮੇਰੇ ਪੜਦਾਦਾ ਜੀ ਸਰਦਾਰ ਨਰੈਣ ਸਿੰਘ, ਪੁੱਤਰ ਸਰਦਾਰ ਕਿਸ਼ਨ ਸਿੰਘ, ਪਿੰਡ ਮਾਨ ਵੀ ਸਨ, ਜਿਨ੍ਹਾਂ ਨੂੰ ਜਹਾਜ਼ ਦੇ ਵਿੱਚੋਂ ਉਤਰਦੇ ਹੀ ਕੈਦ ਕਰ ਲਿਆ ਗਿਆ।
ਔਰ ਉਹਨਾਂ ਦੀ ਸ਼ਨਾਖਤ ਕਰਨ ਤੋਂ ਬਾਅਦ ਪਿੰਡ ਦੀ ਜੂਹਬੰਦੀ ਵੀ ਕੀਤੀ ਗਈ। ਇਹ ਜੋ ਇੰਟਰੋਡਕਸ਼ਨ ਹੈ ਮੈਨੂੰ, ਜੋ ਆਜ਼ਾਦੀ ਘੁਲਾਟੀਆਂ ਦੇ ਗਦਰੀ ਬਾਬਿਆਂ ਦੇ ਵਾਸਤੇ ਸੰਸਥਾ ਬਣੀ ਹੋਈ ਹੈ ਜੋ ਕਿ ਜਲੰਧਰ ਦੇ ਵਿੱਚ ਹੈ, ਬਹੁਤ ਵਧੀਆ ਇਹ ਘੋਖ ਪੜਤਾਲ ਕਰਕੇ ਪੁਰਾਣੀ ਹਿਸਟਰੀ ਨੂੰ ਬਹੁਤ ਹੀ ਉੱਚੇ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਇਹਨਾਂ ਦੇ ਕਾਰਨ ਹੀ ਮੈਨੂੰ ਇਸ ਚੀਜ਼ ਦਾ ਥੋੜ੍ਹਾ ਬਹੁਤ ਇੰਟਰੋਡਕਸ਼ਨ ਮਿਲੀ ਕਿ ਸਾਡੇ ਵੀ ਬਜ਼ੁਰਗਾਂ ਨੇ ਆਜ਼ਾਦੀ ਦੇ ਖਾਤਰ ਕੁਰਬਾਨੀ ਕੀਤੀ। ਲਾਲ ਸਿੰਘ ਜਾਂ ਸੁੰਦਰ ਸਿਉ ਵਰਗੇ, ਲਾਲ ਸਿੰਘ ਜਾਂ ਸੁੰਦਰ ਸਿਉ ਵਰਗੇ, ਵੇ ਕਾਮਾ ਗਾਟਾ ਮਾਰੂ ਯਾਤਰੀ ਓਏ ਲਾਲ ਸਿੰਘ ਜਾਂ। ਜੈਤੋ ਦੇ ਮੋਰਚੇ ਨੂੰ ਕਿਹੜਾ ਪੰਜਾਬੀ ਭੁੱਲਿਆ ਭਲਾ। 9 ਫਰਵਰੀ 1924 ਨੂੰ ਅੰਮ੍ਰਿਤਸਰ ਤੋਂ ਚੱਲਿਆ 500 ਸਿੰਘਾਂ ਦਾ ਸ਼ਹੀਦੀ ਜੱਥਾ ਜਦੋਂ 20 ਫਰਵਰੀ 1924 ਨੂੰ ਪਿੰਡ ਬਰਗਾੜੀ ਪੁੱਜਿਆ ਤਾਂ ਅੰਗਰੇਜ਼ਾਂ ਨੇ ਗੋਲੀ ਚਲਾ ਦਿੱਤੀ। 19 ਵਿਅਕਤੀ ਸ਼ਹੀਦ ਹੋ ਗਏ ਤੇ 29 ਸਖਤ ਜ਼ਖਮੀ। ਪਰ ਜੱਥੇ ਨਾ ਰੁਕਣੇ ਸੀ ਤੇ ਨਾ ਰੁਕੇ। ਇਹਨਾਂ ਵਿੱਚੋਂ ਇੱਕ ਜੱਥੇ ਦਾ ਜਥੇਦਾਰ ਰੂਲੀਆ ਸਿੰਘ ਚੌਕੀਬਾਨ ਸੀ। ਅਸੀਂ ਪਹੁੰਚੇ ਹਾਂ ਸਰਦਾਰ ਰੂਲੀਆ ਸਿੰਘ ਦੇ ਘਰ, ਜਿਹੜੇ ਜੈਤੋ ਦੇ ਮੋਰਚੇ ਦੇ ਵਿੱਚ ਬਹੁਤ ਬਹਾਦਰੀ ਦੇ ਨਾਲ ਸਾਰੀ ਕੌਮ ਦੀ, ਸਾਰੇ ਦੇਸ਼ ਦੀ ਉਸ ਆਵਾਜ਼ ਨੂੰ ਜਿਨ੍ਹਾਂ ਨੇ ਬੁਲੰਦ ਕੀਤਾ ਕਿ ਸਾਡੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਤੇ ਪਰਿਵਾਰ ਨੇ ਉਸ ਵੇਲੇ ਜਿਹੜੀ ਵਰਦੀ ਦਿੱਤੀ ਗਈ ਸੀਗੀ ਉਹਨਾਂ ਨੂੰ ਕਿ ਮਰਜੀਵੜੇ ਜਾਂ ਉਸ ਸਮੇਂ ਜਿਹੜੇ ਸਹੁੰ ਖਾ ਕੇ ਤੁਰਨ ਵਾਲੇ ਬੰਦੇ ਸੀ ਉਹਨਾਂ ਦੇ ਵਿੱਚ ਰੂਲੀਆ ਸਿੰਘ ਦਾ ਨਾਮ ਸੀਗਾ। ਤੇ ਉਹ ਵਰਦੀ ਪਰਿਵਾਰ ਨੇ ਬੜੇ ਆਦਰ ਦੇ ਨਾਲ, ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਸੰਭਾਲ ਕੇ ਰੱਖੀ ਹੈ। ਤੇ ਮੈਂ ਚਾਹੂੰਗਾ ਕਿ ਤੁਸੀਂ ਇਸ ਪਹਿਲਾਂ ਵਰਦੀ ਨੂੰ ਦੇਖੋ। ਇਹਨਾਂ ਸਾਡੇ ਬਾਬਾ ਜੀ ਰੂਲੀਆ ਸਿੰਘ ਹੁਣੀ ਧਾਰੀਵਾਲ ਪਾਸੇ ਤੋਂ ਅਕਾਲੀਆਂ ਦਾ ਪਰਿਵਾਰ ਵੱਜਦਾ ਸਾਡੇ ਪਿੰਡ ਦੇ ਵਿੱਚ। ਇਹ ਕਾਫੀ ਮੰਨਿਆ ਤੰਨਿਆ ਪਰਿਵਾਰ ਹੈ। ਸਾਡਾ ਸਾਰਾ ਵਾਲੀ ਖੇਤ ਹੁੰਦਾ ਸੀਗਾ, ਅਸੀਂ ਇਹਨਾਂ ਦੇ ਘਰ ਦੇ ਮੂਹਰ ਦੀ ਲੰਘਦੇ ਹੁੰਦੇ ਸੀ। ਮੈਂ ਬਾਬਾ ਰੂਲੀਆ ਸਿੰਘ ਨੂੰ ਬਹੁਤ ਵਾਰੀ ਮਿਲਿਆ ਵੀ ਹੈ ਤੇ ਉਹਨਾਂ ਦੇ ਲੜਕੇ ਸਰਪੰਚ ਜੋਗਿੰਦਰ ਸਿੰਘ ਨੇ ਸਾਡੇ ਕੁਛ ਹੱਦ ਤੱਕ ਮੇਰੇ ਵਿਚੋਲੇ ਵੀ ਸੀਗੇ, ਕਿਉਂਕਿ ਮੇਰੇ ਫਾਦਰ ਇਨ ਲਾ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਸੀ, ਜ਼ਿਲ੍ਹੇ ਦੇ ਸੈਕਟਰੀ ਸੀ, ਸਰਗਰਮ ਸੀਗੇ। ਇਸ ਕਰਕੇ ਸਾਡੀ ਇਸ ਪਰਿਵਾਰ ਨਾਲ ਵੈਸੇ ਵੀ ਸਾਂਝ ਹੈ। ਤੇ ਜਿਵੇਂ ਜਿਹੜੇ ਆਪਾਂ ਨਾਂ ਲਈਏ ਤਾਂ ਭਾਈ ਰੂਲੀਆ ਸਿੰਘ, ਪਿਤਾ ਸਰਦਾਰ ਸਾਹਿਬ ਸਿੰਘ, ਮਾਤਾ ਸੋਭੀ ਪਿੰਡ ਚੌਕੀਮਾਨ, ਭਾਈ ਇੰਦਰ ਸਿੰਘ, ਭਾਈ ਦਲ ਸਿੰਘ, ਭਾਈ ਅਮਰ ਸਿੰਘ, ਭਾਈ ਹਰਨਾਮ ਸਿੰਘ, ਭਾਈ ਪ੍ਰੇਮ ਸਿੰਘ, ਮਿਲਕਣੀ ਕੇ ਕਹਿੰਦੇ ਆ ਜਿਹਨਾਂ ਨੂੰ ਅਮਰੀਕਨ ਵੀ ਹੈ। ਇਹ ਸਾਰੇ ਆਪ ਨਾ ਅਕਾਲੀ ਦੀਵਾਨ ਤੇ ਜਾਂਦੇ ਸ਼ਬਦ ਪੜ੍ਹਦੇ ਪਕੜੇ ਗਏ। ਇਹਨਾਂ ਨੂੰ 6 ਮਹੀਨੇ ਦੀ ਕੈਦ ਹੋਈ ਤੇ 50 ਰੁਪਏ ਜੁਰਮਾਨਾ ਹੋਇਆ। ਮੋਰਚੇ ਜੈਤੋ ਦੇ ਗੰਗਸਰ ਮੋਰਚੇ ਦੇ ਵਿੱਚ 14ਵੇਂ ਜੱਥੇ ਵਿੱਚ ਗਏ ਸੀ। ਇਹ ਮੋਰਚਾ ਫਤਿਹ ਹੋਣ ਤੱਕ ਨਾਭਾ ਬੀੜ ਵਿੱਚ ਇਹਨਾਂ ਨੇ ਕੈਦ ਕੱਟੀ। ਮੈਂ ਦਵਿੰਦਰ ਸਿੰਘ, ਪਿੰਡ ਚੌਕੀ, ਪੁੱਤਰ ਦਾ ਹਜ਼ੂਰਾ ਸਿੰਘ। ਉਦੋਂ ਦਾਦਾ ਜੀ ਸਾਡੇ ਸੀਗੇ ਬਾਬਾ ਰੂਲੀਆ ਸਿੰਘ, ਉਹ ਜੈਤੋਂ ਦੇ ਮੋਰਚੇ 'ਚ ਮੇਨ ਜਥੇਦਾਰ ਸੀ। ਉਹਨਾਂ ਨੇ ਨਾਲ ਸਾਡੇ ਕੋਲੇ ਉਹਨਾਂ ਦੇ ਪਏ ਆ ਸਰੋਪੇ ਸਾਹਿਬ, ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਸਟੈਂਪਾਂ ਲੱਗੀਆਂ ਹੋਈਆਂ ਨੇ। ਅਸੀਂ ਨਮਸਕਾਰ ਕਰਦੇ ਹਾਂ ਉਹਨਾਂ ਨੂੰ। ਮੈਂ ਜਗਦੇਵ ਸਿੰਘ ਮਾਨ, ਸਨ ਆਫ ਜਗੀਰ ਸਿੰਘ ਮਾਨ। ਸਾਡੇ ਦਾਦਾ ਜੀ ਜੈਤੋ ਦੇ ਮੋਰਚੇ 'ਚ ਰਹੇ ਹੈਗੇ ਆ ਤੇ ਆਪਣੇ ਪਿੰਡ 'ਚ ਤਿੰਨੇ ਹੀ ਅਕਾਲੀਆਂ ਦੇ ਘਰ ਨੇ, ਹਰਨਾਮ ਸਿੰਘ ਘਰ, ਰੂਲੀਆ ਸਿੰਘ ਘਰ ਤੇ ਇੰਦਰ ਸਿੰਘ ਮਾਨ ਦਾ। ਤੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਮੈਂ ਸਰਦਾਰ ਮੁਕੰਦ ਸਿੰਘ ਮਾਨ, ਜੋ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਐਕਟਿੰਗ ਪ੍ਰਿੰਸੀਪਲ ਤੌਰ ਤੇ ਕੰਮ ਕਰ ਰਿਹਾ ਹੈਗਾ। ਤੇ ਵਾਇਸ ਆਫ ਪੀਪਲਜ਼ ਵਾਇਸ ਦਾ ਇਹ ਬਹੁਤ ਵੱਡਾ ਉਪਰਾਲਾ ਹੈਗਾ ਕਿ ਇਹ ਪਿੰਡਾਂ ਦੇ ਯੋਗ ਪੱਖ ਨੂੰ ਉਭਾਰ ਰਹੇ ਨੇ। ਜੈਤੋ ਦੇ ਮੋਰਚੇ ਦੇ ਵਿੱਚ ਸਰਦਾਰ ਆਤਮਾ ਸਿੰਘ ਪੁੱਤਰ ਰਾਮ ਸਿੰਘ ਦਾ ਵੇਰਵਾ ਮਾਲਵਾ ਦੇ ਇਤਿਹਾਸ ਦੇ ਵਿੱਚ ਆਉਂਦਾ ਹੈਗਾ। ਰਾਤ ਹੀ ਮੈਂ ਦੇਖ ਰਿਹਾ ਸੀਗਾ ਵੀ ਕੀ ਸਾਡੇ ਪਿੰਡ ਦਾ ਕੋਈ
ਆਜ਼ਾਦੀ ਸੰਘਰਸ਼ ਦੇ ਵਿੱਚ ਕੋਈ ਵੇਰਵਾ ਆਉਂਦਾ ਹੈਗਾ, ਤੇ ਉਹਦੇ ਵਿੱਚ ਮੈਨੂੰ ਸਰਦਾਰ ਆਤਮਾ ਸਿੰਘ ਪੁੱਤਰ ਰਾਮ ਸਿੰਘ ਦਾ ਵੇਰਵਾ ਮਿਲਿਆ, ਜੋ ਕਿ ਸਾਡੇ ਪਿੰਡ ਵਾਸਤੇ ਇੱਕ ਫਖਰ ਵਾਲੀ ਗੱਲ ਹੈਗੀ ਆ। ਤੇ ਇਸ ਤੋਂ ਬਾਅਦ ਆਜ਼ਾਦੀ ਪਾਰਟੀਸ਼ਨ ਤੋਂ ਬਾਅਦ ਦੀ ਅਸੀਂ ਗੱਲ ਕਰੀਏ ਤੇ ਉਸ ਦੇ ਵਿੱਚ ਵੱਖ-ਵੱਖ ਲੱਗੇ ਹੋਏ ਮੋਰਚੇ, ਚਾਹੇ ਪੰਜਾਬੀ ਸੂਬੇ ਦਾ ਮੋਰਚਾ ਹੋਵੇ, ਉਸ ਮੋਰਚੇ ਵਿੱਚ ਜਥੇਦਾਰ ਭਗਤ ਸਿੰਘ ਮਾਨ ਵਰਗਿਆਂ ਨੇ ਆਪਣਾ ਯੋਗਦਾਨ ਪਾਇਆ। ਸਾਡੇ ਪਿੰਡ ਦੇ ਹੀ ਜਥੇਦਾਰ ਨਰਿੰਜਨ ਸਿੰਘ ਜੀ ਹੁੰਦੇ ਸਨ, ਤੇ ਜਿਨ੍ਹਾਂ ਦੀ ਇਸ ਪਿੰਡ ਦੀ ਡਿਵੈਲਪਮੈਂਟ ਵਾਸਤੇ ਬਹੁਤ ਵੱਡਾ ਯੋਗਦਾਨ ਹੈਗਾ ਤੇ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈਗੀ ਆ। ਤੇ ਇਹੋ ਜਿਹੇ ਬਜ਼ੁਰਗਾਂ ਤੇ ਸਾਨੂੰ ਫਖਰ ਹੈਗਾ। ਪਿੰਡ ਦੀ ਇਸ ਇਤਿਹਾਸ ਦੀ ਕੁੱਖ ਦੇ ਵਿੱਚ ਬਹੁਤ ਕੁਝ ਸਮੋਇਆ ਪਿਆ ਹੈਗਾ, ਜਿਹਦੀ ਹਜੇ ਰਿਸਰਚ ਦੀ ਲੋੜ ਹੈਗੀ ਆ। ਤੇ ਸਰਦਾਰ ਮੁਖਤਿਆਰ ਸਿੰਘ ਵੱਲੋਂ ਅਤੇ ਸਾਰੇ ਨਗਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈਗਾ। ਸਿੰਘਰੂਲੀਆ ਮੋਰਚੇ ਡਟਿਆ, ਸਿੰਘਰੂਲੀਆ ਰੂਲੀਆ ਮੋਰਚੇ ਡਟਿਆ, ਜੈਤੋਂ ਤੀਕ ਧੁੰਮਾਂ ਪੈ ਗਈਆਂ ਓਏ ਸਿੰਘਰੂਲੀਆ। ਪਿੰਡ ਮਾਨ ਜਾਂ ਚੌਕੀ ਮਾਨ ਦੇ ਟੋਪ ਵਾਲੇ ਸਰਪੰਚ ਵਜੋਂ ਜਾਣੇ ਜਾਂਦੇ ਕਾਮਰੇਡ ਅਮਰ ਸਿੰਘ ਮਾਨ ਪਨਾਮਾ ਵਾਲੇ ਕੌਮਾਂਤਰੀ ਪੱਧਰ ਤੇ ਜਾਣੀ ਪਹਿਚਾਣੀ ਤੇ ਸਤਿਕਾਰੀ ਜਾਂਦੀ ਸ਼ਖਸੀਅਤ ਹਨ। ਉਹ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਯੁੱਧ ਸਾਥੀ ਸਨ। ਗਦਰ ਲਹਿਰ ਦੇ ਪਨਾਮਾ ਵਿਚਲੇ ਸਹਿਯੋਗੀ ਰਹੇ ਅਮਰ ਸਿੰਘ ਮਾਨ ਦਾ ਨਾਮ ਅੱਜ ਵੀ ਪਿੰਡ ਵਾਲੇ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਲੈਂਦੇ ਹਨ। ਜਦੋਂ ਉਹ ਪਨਾਮਾ ਦੀ ਗਦਰ ਪਾਰਟੀ ਦੇ ਵਿੱਚ ਮੈਂ ਦੇਖਿਆ ਬੜੀ ਲੰਬੀ ਲਿਸਟ, ਜਿਹੜੇ ਫੰਡ ਇੱਥੇ ਐਜੂਕੇਸ਼ਨ ਲਈ, ਜਿਹੜੇ ਫੰਡ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਨੂੰ ਆਉਂਦੇ ਸੀ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਿਨ੍ਹਾਂ ਦੇ ਘਰ ਵਾਲੇ ਸ਼ਹੀਦ ਹੋ ਗਏ ਜਾਂ ਕਾਲੇ ਪਾਣੀਆਂ ਦੇ, ਸੋ ਉਹਨਾਂ ਦੀ ਅਮਦਾਦ ਲਈ ਉੱਥੋਂ ਫੰਡ, ਜਦੋਂ ਮੈਂ ਉਹ ਲਿਸਟਾਂ ਦੇਖੀਆਂ ਤੇ ਬਹੁਤ ਵੱਡੀ ਲਿਸਟ ਸੀ ਗਦਰੀਆਂ ਦੀ, ਜਿਨ੍ਹਾਂ ਦੇ ਵਿੱਚੋਂ ਬਾਬਾ ਅਮਰ ਸਿੰਘ ਚੌਂਕੀ ਮਾਨ ਦਾ ਜ਼ਿਕਰ ਵੀ ਬਾਰ-ਬਾਰ ਆਉਂਦਾ ਸੀ, ਕਿਉਂਕਿ ਕਾਫੀ ਪੁਰਾਣੀਆਂ ਫਾਈਲਾਂ ਦੇ ਵਿੱਚ ਇਹਨਾਂ ਦਾ ਵੇਰਵਾ ਆ। ਮੈਂਬਰ ਸੀਗਾ ਜੀ ਜਲੰਧਰ ਪਾਰਟੀ ਦੇ ਵਿੱਚ। ਹਾਂਜੀ, ਜਦੋਂ ਮੀਡੀਆ ਹੁੰਦੀ ਸੀ ਉਦੋਂ ਜਾਂਦੇ ਸੀਗੇ, ਉੱਥੇ ਨਾਂ ਵੀ ਲਿਖਿਆ, ਫੋਟੋ ਵੀ ਹੈਗੀ ਆ, ਤੁਸੀਂ ਦੇਖ ਲਿਓ। ਹਾਂਜੀ, ਦੂਜੀ ਵੀ ਤੇਜਾ ਸਿੰਘ ਸੁਤੰਤਰ ਬਾਰੇ ਤੁਸੀਂ ਗੱਲ ਕਰ ਰਹੇ ਸੀਗੇ। ਹਾਂਜੀ, ਉਹ ਸਾਡੇ ਘਰਦਿਆਂ ਨੂੰ ਨਾਲ ਲੈ ਕੇ ਜਲੰਧਰ ਜਾਂਦਾ ਹੁੰਦਾ ਸੀਗਾ। ਹਾਂਜੀ, ਹੋਰ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ। ਕੌਣ ਜਾਂਦਾ ਸੀਗਾ? ਹਾਂਜੀ, ਕੌਣ ਜਾਂਦਾ ਸੀ? ਜਲੰਧਰ ਦਾ ਪਾਰਟੀ ਹੁੰਦੀ ਸੀ, ਮੀਡੀਆ ਹੁੰਦੀ ਸੀਗੀ। ਹਾਂਜੀ, ਕੌਣ ਲੈ ਕੇ ਜਾਂਦਾ ਸੀ? ਤੇਜਾ ਸੁਤੰਤਰ ਸਾਡੇ ਘਰਦਿਆਂ ਨੂੰ ਇਕੱਠੇ ਹੋ ਕੇ ਜਾਂਦੇ ਸੀ। ਸਰਪੰਚ ਬਣੇ ਉਹ ਉਦੋਂ ਪਿੰਡ ਦੇ ਵਿੱਚ, ਉਹਨਾਂ ਦਾ ਕਿਸ ਤਰ੍ਹਾਂ ਰਸੂਲ? ਜਗਰਾਵੀ ਰਹਿੰਦੇ ਸਰਪੰਚ ਬਣਾਇਆ ਸੀ। ਅੱਛਾ, 14 ਸਾਲ ਜਗਰਾਵੀ ਰਹੇ ਆ। ਅੱਛਾ, ਫਿਰ ਜਦੋਂ ਜਵਾਕ ਵੱਡੇ ਹੋ ਗਏ ਫਿਰ ਅਸੀਂ ਇੱਥੇ ਘਰ ਪਾਇਆ ਵਾ। ਅੱਛਾ, ਹਾਂਜੀ, ਤੇ ਸੰਮਤੀ ਨਾਲ ਬਣੇ ਸੀ ਉਦੋਂ? ਹਾਂਜੀ, ਬਗੈਰ ਵੋਟਾਂ ਤੋਂ। ਆਪਣੇ ਪਿੰਡ ਦੇ ਸਾਰੇ ਜਾ ਕੇ ਬਗੈਰ ਵੋਟਾਂ ਤੋਂ ਮਾਨਤਾ ਕਰਿਆ ਸੀਗੀ ਤੇ ਤੈਅ ਕਰਨੀ ਹੈ। ਇੱਥੇ ਫਿਰ ਪਿੰਡ ਦੇ ਵਿੱਚ ਉਹਨਾਂ ਨੇ ਹੋਰ ਕੀ ਕੰਮ ਕੀਤੇ? ਹੋਰ ਸੜਕ ਕਢਾਈ, ਜਿਹੜੀ ਆ ਆਪਣੇ ਜਿਹੜੀ ਗੁੜਿਆਂ ਵਾਲੀ ਜਿਹੜੀ ਅੱਡੇ ਤੋਂ ਆਉਂਦੀ ਆ ਰੇਲ ਦੀ ਲੀਕ ਕੋਲ। ਹਾਂ, ਫਿਰ ਦੂਜੀ ਗੱਲ ਇਹਨੇ ਸਕੂਲ ਆਪਣਾ 5 ਦਾ ਰਹਿੰਦਾ ਸੀ, 3 ਦਾ, ਇਹ 8 ਦਾ ਕਰਾਇਆ। ਅੱਛਾ, ਫਿਰ ਬਿਜਲੀ ਆਪਣੇ ਪਿੰਡ ਹੈ ਨਹੀਂ ਸੀਗੀ। ਹਾਂ, ਇਹ ਫਿਰ ਬਿਜਲੀ ਮਨਜ਼ੂਰ ਕਰਾਈ। ਫਿਰ ਰੇਲਵੇ ਵਾਲੇ ਤਾਰਾਂ ਨਾਲ ਲੰਘਣ ਦੇਣ। ਫਿਰ ਜਾ ਕੇ ਚੰਡੀਗੜ੍ਹ 12,000 ਰੁਪਇਆ ਢਾਈ ਕੇ ਫਿਰ ਇਹ ਲਾਈਨ ਪਾਰ ਕੀਤੀ। ਹਾਂਜੀ, ਇਹ ਕਢਾਇਆ। ਫਿਰ ਸਕੂਲ 8ਵੀਂ ਦਾ ਸਕੂਲ ਫੇਰ ਕਰਾਇਆ। ਹਾਂਜੀ, ਤੇ ਜਿਹੜੇ ਉਹਨਾਂ ਚਿਰ ਜਿਹੜੇ ਆਪਣੇ ਪਿੰਡ ਦੇ ਕੇਸ ਹੁੰਦੇ ਸੀਗੇ ਲੜਾਈ ਝਗੜੇ, ਹਾਂ, ਉਹ ਪਿੰਡ ਨਿਬੇੜਦਾ ਤੇ ਪੁਲਿਸ ਦੇ ਨਹੀਂ ਸੀ ਜਾਣ ਦਿੰਦੀ। ਕਿੰਨਾ ਚਿਰ ਨਹੀਂ, ਜਿੰਨਾ ਚਿਰ ਹੋਰ ਸਰਪੰਚ ਰਹੇ ਉਹਨਾਂ? ਹਾਂਜੀ, ਹਾਂ, ਕਿਸੇ ਦੇ, ਹਾਂਜੀ, ਨਾ ਕਿਸੇ ਦੇ ਵੀ, ਕਿਸੇ ਦਾ ਵੀ ਝਗੜਾ ਸੀਗਾ ਤੇ ਉਹ ਨਹੀਂ, ਕਿਸੇ ਆਪ ਹੀ ਨਿਬੇੜਦਾ ਸੀਗਾ। ਫਿਰ ਬਰਮਾ ਤੋਂ ਕੇਸ ਆਇਆ, 14 ਸਾਲ ਝਗੜਾ ਚੱਲਿਆ ਸੀ ਜਗਰਾਵੀ। ਜਗਰਾਵਾਂ ਵਾਲੇ ਅਫਸਰ ਨੇ ਫਿਰ ਇਹਦੇ ਕੋਲੇ ਭੇਜਤਾ। ਅੱਛਾ, 1 ਤਰੀਕ ਤੇ ਕੁੜੀ ਮੁੰਡੇ ਦੀ ਬਾਂਹ ਫੜਾ ਸੀ, ਕਹਿੰਦਾ ਜਾਓ
ਅੱਛਾ ਆਪਾਂ ਦੇਖਿਆ ਜੇ 2 ਆ ਆਪਾਂ ਇੱਕ ਆ। ਅੱਛਾ ਕੀ ਗਲਤੀ ਹੋਈ ਹੈ ਤੁਸੀਂ ਚੱਲੋ ਠੀਕ ਹੈ 12 ਸਾਲਾਂ ਬਾਅਦ ਕੇਸ ਨਿਬੇੜਿਆ। ਹਾਂਜੀ मान अमर पनमा वाले मान अमर अमर पनमा वाले मान बने चौकी मान दावे मान अमर। ਪਿੰਡ ਮਾਨ ਉਹ ਮਹੱਤਵਪੂਰਨ ਪਿੰਡ ਹੈ ਜਿੱਥੋਂ ਬਹੁਤ ਲੋਕ ਫੌਜ ਦੇ ਵਿੱਚ ਭਰਤੀ ਹੋਏ। ਸਰਦਾਰ ਮਾਘੀ ਸਿੰਘ ਦਾ ਵਿਚਕਾਰਲਾ ਪੁੱਤਰ ਮੱਲਣ ਸਿੰਘ ਸ਼ਹੀਦ ਵੀ ਹੋਇਆ ਤੇ ਕੁਝ ਹੋਰ ਜਿਵੇਂ ਸ਼ਾਮ ਸਿੰਘ, ਜੈਲਾ ਸਿੰਘ, ਕਿਹਦਾ ਨਾਂ ਲਵਾਂ, ਕੁਝ ਗੋਲੀਆਂ ਦੀ ਮਾਰ ਸਹਿੰਦੇ ਸਖਤ ਜ਼ਖਮੀ ਹੋ ਕੇ ਡਿਸਚਾਰਜ ਹੋ ਕੇ ਆ ਗਏ, ਕੁਝ ਪੈਨਸ਼ਨ ਆ ਗਏ। ਸਰਦਾਰ ਪਰਮਿੰਦਰ ਸਿੰਘ ਜੀ, ਚੌਕੀਮਾਨ ਪਿੰਡ ਦੀਆਂ ਜਿੱਥੇ ਹੋਰ ਬਹੁਤ ਸਾਰੀਆਂ ਇਤਿਹਾਸਕ ਯਾਦਾਂ ਨੇ, ਉੱਥੇ ਇਸ ਪਿੰਡ ਦੇ ਵਰਲਡ ਵਾਰ ਦੇ ਵਿੱਚ ਲੜਨ ਵਾਲੇ ਸਾ ਪੂਰਨ ਸਿੰਘ ਧਾਲੀਵਾਲ ਹੋਰਾਂ ਦਾ ਨਾਮ ਵੀ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਤੁਸੀਂ ਉਹਨਾਂ ਦੇ ਪੋਤਰੇ ਹੋ, ਤੁਸੀਂ ਉਹਨਾਂ ਨੂੰ ਉਹਨਾਂ ਦੀ ਉਸ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ? ਤੁਸੀਂ ਉਹਨਾਂ ਬਾਰੇ ਕੋਈ ਗੱਲ ਕਹਿਣਾ ਚਾਹੋਗੇ? ਹਾਂਜੀ, ਸਾਡੇ ਗ੍ਰੈਂਡਫਾਦਰ ਸੂਬੇਦਾਰ ਸਿੰਘ ਜੀ 1880 ਦੇ ਵਿੱਚ ਇਸੇ ਪਿੰਡ ਚੌਕੀਮਾਨ ਵਿਖੇ ਪੈਦਾ ਹੋਏ ਸੀ ਤੇ 1904-05 ਦੇ ਵਿੱਚ ਉਹ ਫੌਜ ਦੇ ਵਿੱਚ ਭਰਤੀ ਹੋਏ ਤੇ ਫੌਜ ਦੇ ਵਿੱਚ ਭਰਤੀ ਹੋ ਕੇ ਫਸਟ ਵਰਲਡ ਵਾਰ 1914 ਵਿੱਚ ਉਹਨਾਂ ਨੇ ਲੜੀ। 4-5 ਸਾਲ ਉਹ ਗਾਇਬ ਰਹੇ। ਸਾਡੇ ਦਾਦੀ ਜੀ ਦੱਸਦੇ ਹੁੰਦੇ ਵੀ ਸਾਨੂੰ ਤਾਂ ਅਸੀਂ ਤਾਂ ਸਮਝਦੇ ਵੀ ਉਹਨਾਂ ਨੇ ਵਾਪਸ ਨਹੀਂ ਆਉਣਾ। 5-6 ਸਾਲ ਕੋਈ ਲੈਟਰ ਨਹੀਂ, ਕੋਈ ਕੁਛ ਨਹੀਂ ਆਇਆ ਪਿੰਡ ਦੇ ਵਿੱਚ। ਫਿਰ ਪਤਾ ਲੱਗਿਆ ਜਦੋਂ ਵਰਲਡ ਵਾਰ ਖਤਮ ਹੋਈ, ਫਿਰ ਉਹਨਾਂ ਦਾ ਕੋਈ ਸੁੱਖ ਸੁਨੇਹਾ ਆਇਆ ਕਿਉਂਕਿ ਉਹ ਇੰਜਰਡ ਵੀ ਹੋ ਚੁੱਕੇ ਸੀਗੇ। ਉਹਨਾਂ ਦੇ ਬੰਬ ਦੇ ਨਾਲ ਉਹਨਾਂ ਦਾ ਪੈਰ ਜ਼ਖਮੀ ਹੋ ਗਿਆ ਸੀ। ਫਿਰ ਉਸੇ ਤਰ੍ਹਾਂ ਉਹ ਲੜਦੇ ਰਹੇ ਅਤੇ ਫਿਰ ਟਰਕੀ ਦੇ ਵਿੱਚ, ਇਰਾਕ ਦੇ ਵਿੱਚ ਉਹ ਲੜਦੇ ਰਹੇ। ਫਿਰ ਉਹਨਾਂ ਨੂੰ ਉਸ ਫਸਟ ਵਰਲਡ ਵਾਰ ਦੇ ਵਿੱਚ ਉਹਨਾਂ ਨੂੰ ਬਰੇਵੀਅਰ ਅਵਾਰਡ ਵੀ ਮਿਲਿਆ 2 ਮੁਰੱਬੇ। ਹਾਂਜੀ, ਉਹ ਮੈਟਗੁਮਰੀ ਪਾਕਿਸਤਾਨ ਦੇ ਵਿੱਚ ਉਹ 2 ਮੁਰੱਬੇ ਸੀਗੇ। ਫਿਰ ਉਹ ਕਨਵਰਟ ਹੋ ਕੇ ਸਾਨੂੰ ਇੱਥੇ ਤਲਵੰਡੀ ਰਾਇਕੀ ਕਲੋਜ਼ ਰਾਏਕੋਟ ਦੇ ਨੇੜੇ ਉਹ ਸਾਨੂੰ ਅਲਾਟ ਹੋਏ। ਹਾਂਜੀ, ਉਹ ਵੀ ਹੈਗੇ ਇੱਥੇ। ਅਤੇ ਇਸ ਤਰ੍ਹਾਂ ਉਹ ਸਾਡੇ ਗ੍ਰੈਂਡਫਾਦਰ ਸਾਹਿਬ ਬੜੇ ਸੋਸ਼ਲ ਸੀਗੇ ਪਿੰਡ ਦੇ ਵਿੱਚ। ਬੜੇ ਮੁੰਡੇ ਭਰਤੀ ਕਰਾਏ ਉਹਨਾਂ ਟਾਈਮਾਂ ਦੇ ਵਿੱਚ। ਉਹ ਜਿਹੜੇ ਦੇਖਦੇ ਸੀ ਜਵਾਨ ਚੰਗਾ ਜਵਾਨ ਆ ਉਹਨਾਂ ਨੂੰ, ਹਾਂਜੀ, ਉਹਨਾਂ ਨੂੰ ਮਿਲਟਰੀ ਵਿੱਚ ਭਰਤੀ ਕਰਵਾਉਂਦੇ ਸੀ। ਬਹੁਤ ਸਾਰੇ ਕਾਫੀ ਸਾਰੇ ਜਵਾਨ ਉਹਨਾਂ ਨੇ ਭਰਤੀ ਕੀਤੇ ਸੀ। ਪਰ ਇੱਥੇ ਇਹ ਵੀ ਮਹੱਤਵਪੂਰਨ ਗੱਲ ਹੈ ਕਿ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਾਉਣ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਬਣਾਈ ਗਈ ਆਜ਼ਾਦ ਹਿੰਦ ਫੌਜ ਦੇ ਵਿੱਚ ਕਿੰਨੇ ਹੀ ਸਣੇ ਰਫਲ ਤੇ ਵਰਦੀ ਸ਼ਾਮਲ ਵੀ ਹੋ ਗਏ। ਅਜੈਬ ਸਿੰਘ ਧਾਲੀਵਾਲ, ਬੰਤਾ ਸਿੰਘ, ਨਾਰ ਸਿੰਘ ਤੇ ਕੈਪਟਨ ਹਰਭਜਨ ਸਿੰਘ ਗਰਚਾ ਵਰਗੇ। ਇਹ ਫਾਦਰ ਜਦੋਂ 1924 ਸਤੰਬਰ 29 ਨੂੰ ਇਹਨਾਂ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹ 16 ਸਾਲ ਦੇ ਸੀਗੇ ਫਿਰ ਇਹ ਮਿਲਟਰੀ ਦੇ ਵਿੱਚ ਭਰਤੀ ਹੋ ਗਏ ਸੀਗੇ। ਤਾਂ ਇਹਨਾਂ ਨੇ INA ਵੀ ਜੁਆਇਨ ਕੀਤਾ, ਵਰਲਡ ਵਾਰ ਵੀ ਲੜੀ ਤੇ ਸੁਭਾਸ਼ ਚੰਦਰ ਬੋਸ ਦੇ ਨਾਲ ਇਹਨਾਂ ਨੇ ਲੈਕਚਰ ਵੀ ਸੁਣਿਆ ਤੇ ਜਾ ਕੇ ਆਜ਼ਾਦ ਹਿੰਦ ਫੌਜ ਦੇ ਵਿੱਚ ਇਹਨਾਂ ਨੇ ਜਾ ਕੇ ਸੇਵਾ ਵੀ ਜਿਹੜੀ ਉਹ ਕੀਤੀ ਹੈਗੀ ਆ। ਤੇ ਐਂ ਦੱਸਿਓ ਇੱਕ ਗੱਲ ਵੀ ਇਹ ਉਸ ਸਮੇਂ ਜਦੋਂ ਗਏ ਨੇ ਆਜ਼ਾਦ ਹਿੰਦ ਫੌਜ ਦੇ ਵਿੱਚ, ਉਦੋਂ ਕਿਹੜੇ ਕੰਟਰੀ ਦੇ ਵਿੱਚ ਵੀ ਦੂਜੀ ਸੰਸਾਰ ਜੰਗ 'ਚ ਲੜ ਰਹੇ ਸੀ ਉਦੋਂ? ਹਾਂਜੀ, ਇਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਲੀਬੀਆ, ਈਰਾਨ, ਇਰਾਕ, ਜਰਮਨੀ ਤੇ ਬਹੁਤ ਕੰਟਰੀਆਂ ਦੇ ਵਿੱਚ ਇਹ ਪ੍ਰਿਜ਼ਨ ਵਾਰ ਵਿੱਚ ਪ੍ਰਿਜ਼ਨ ਵਿੱਚ ਵੀ ਰਹੇ ਆ ਜਰਮਨੀ ਦੇ ਵਿੱਚ। ਤੇ ਕਾਫੀ ਆਪਣੇ ਦੇਸ਼ ਦੇ ਲਈ ਇਹਨਾਂ ਨੇ ਕਾਫੀ ਜਿਹੜਾ ਹੈ ਸੰਘਰਸ਼ ਕੀਤਾ ਤੇ ਦੇਸ਼ ਦੀ ਇਹਨਾਂ ਨੇ ਸੇਵਾ ਕੀਤੀ। ਤੁਸੀਂ ਇੱਥੇ ਸਰੀ ਦੇ ਵਿੱਚ ਕਦੋਂ ਕ ਆਏ ਸੀ ਤੇ ਉਹ ਤੁਹਾਡੇ ਕੋਲੇ ਕਿੰਨਾ ਕੁ ਚਿਰ ਰਹੇ ਹੋ ਇੱਥੇ? ਜਦੋਂ ਅਸੀਂ 1982 ਦੇ ਵਿੱਚ ਅਸੀਂ ਸਰੀ ਦੇ ਵਿੱਚ ਆਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਬੇਸਿਕਲੀ ਮੇਰੇ ਨਾਲ ਉਹਨਾਂ ਨੇ ਕਾਫੀ ਟਾਈਮ ਜਿਹੜਾ ਉਹ ਸਪੈਂਡ ਕੀਤਾ ਤੇ
ਉਹ 2015 ਦਸੰਬਰ 14 ਨੂੰ ਉਹ ਸਵਰਗਵਾਸ ਉਹ ਹੋ ਗਏ ਤੇ ਉਹਨਾਂ ਦੀ ਅਸੀਂ ਬਹੁਤ ਵਧੀਆ ਸੇਵਾ ਕੀਤੀ ਤੇ ਬੜੇ ਸਾਡੇ ਨਾਲ ਖੁਸ਼ ਸੀਗੇ ਉਹ। ਤੇ ਇੱਥੇ ਵੀ ਲੋਕਾਂ ਦੇ ਨਾਲ ਵੀ ਉਹਨਾਂ ਨੇ ਕਾਫੀ ਜਿਹੜੀ ਉਹਨਾਂ ਦੀ ਹੈਲਪ ਕੀਤੀ, ਜਿਵੇਂ ਇਮੀਗ੍ਰੇਸ਼ਨ ਪਰਪਸ ਹੁੰਦਾ ਉਹ ਵੀ ਉਹਨਾਂ ਨੇ ਫ੍ਰੀ ਦੇ ਵੀ ਸੇਵਾ ਕੀਤੀ ਸਾਰਿਆਂ ਦੀ ਤੇ ਬਹੁਤ ਚੰਗੇ ਇੱਕ ਐਂ ਦੱਸਿਓ ਵੀ ਤੁਸੀਂ ਦੱਸਿਆ ਸੀ ਵੀ ਉਹ 3 ਪੈਨਸ਼ਨਾਂ ਲੈਂਦੇ ਸੀਗੇ, ਵੀ ਉਹ ਇੱਕ ਇੰਟੈਲੀਜੈਂਸ CBI ਦੇ ਵਿੱਚ ਵੀ ਉਹ ਰਹੇ ਤੇ ਪਹਿਲਾਂ ਬ੍ਰਿਟਿਸ਼ ਅੰਪਾਇਰ ਦੀ ਫੌਜ ਵਿੱਚ ਰਹੇ, ਫਿਰ ਸੁਭਾਸ਼ ਚੰਦਰ ਬੋਸ। ਇਹ ਪੈਨਸ਼ਨਾਂ ਉਸ ਸਾਈਡ ਵੱਲੋਂ ਮਿਲਦੀਆਂ ਸੀ ਉਹਨਾਂ ਨੂੰ ਤਿੰਨੇ? ਹਾਂਜੀ, ਇੱਕ ਤਾਂ ਉਹਨਾਂ ਨੂੰ ਮਿਲਟਰੀ ਦੀ ਮਿਲਦੀ ਸੀਗੀ ਹਾਂਜੀ, ਤੇ ਇੱਕ ਸੀਗੀ INA ਦੀ ਹਾਂਜੀ, ਤੇ ਤੀਸਰੀ ਜਿਹੜੀ ਸੀਗੀ ਉਹ CBI ਦੇ ਵਿੱਚ। ਉਸ ਤੋਂ ਬਾਅਦ ਜਦੋਂ ਆਪਣੇ ਆਨਰਰੀ ਕੈਪਟਨ ਰਿਟਾਇਰ ਹੋਣ ਤੋਂ ਬਾਅਦ ਦੇ ਵਿੱਚ 1970 ਦੇ ਵਿੱਚ ਉਹ ਫਿਰ ਉਹਨਾਂ ਨੂੰ ਫਿਰ ਆਫਰ ਆਈ ਸੀਗੀ ਇੰਡੀਅਨ ਗਵਰਨਮੈਂਟ ਤੋਂ ਤੇ ਉਹ CIB ਦੇ ਵਿੱਚ ਇੰਸਪੈਕਟਰ ਦੇ ਤੌਰ ਤੇ ਉਹ ਫਿਰ ਦੁਬਾਰਾ ਜੁਆਇਨ ਕੀਤਾ ਤੇ ਸੇਵਾ ਕੀਤੀ। ਉਹਨਾਂ ਨੇ 42 ਸਾਲ ਜਿਹੜੀ ਆ ਨੌਕਰੀ ਕੀਤੀ ਸੀਗੀ ਤੇ ਐਜ਼ ਏ DSP ਉਹ ਫਿਰ ਦੁਬਾਰਾ ਰਿਟਾਇਰ ਹੋਏ ਸੀਗੇ। ਠੀਕ। ਧਾਲੀਵਾਲਾਂ ਦਾ ਅਜੈਬ ਅਤੇ ਬੰਦਾ ਸਿਓ, ਧਾਲੀਵਾਲਾਂ ਦਾ ਵਾਲਾਂ ਦਾ ਅਜੈਬ ਅਤੇ ਬੰਦਾ ਸਿਓ, ਸਾਥੀ ਸੀ ਸੁਭਾਸ਼ ਬੋਸ ਦੇ ਧਾਲੀਵਾਲਾਂ ਦਾ। ਤੇ ਪਿੰਡ ਦੇ ਲੋਕਾਂ ਨੇ ਪੜ੍ਹ ਲਿਖ ਕੇ ਵਿਦੇਸ਼ਾਂ 'ਚ ਸੈਟਲ ਹੋ ਕੇ ਉੱਥੇ ਵੀ ਨਿੱਕੇ ਨਿੱਕੇ ਚੌਕੀਮਾਨ ਵਸਾ ਲਏ ਨੇ। ਜਾਣਦੇ ਹਾਂ ਕਿ ਉੱਥੇ ਚੌਕੀਮਾਨ ਦੀ ਮਿੱਟੀ ਦਾ ਮੋਹ ਜਿਉਂਦਾ ਹੈ, ਕਿਵੇਂ ਨੇ ਉਹ ਲੋਕ। ਲੋਕੀ ਪੜ ਗਏ ਅੰਬਰ ਤੇ ਚੜ ਗਏ, ਲੋਕੀ ਪੜ ਕੇ ਅੰਬਰ ਤੇ ਚੜ ਗਏ, ਵਿਦੇਸਾਂ ਵਿੱਚ ਤੂਤੀ ਬੋਲਦੀ ਓਏ ਲੋਕੀ ਪੜ ਗਏ। ਇਤਿਹਾਸ ਦੀ ਖੋਜ ਕਦੇ ਸੰਪੂਰਨ ਨਹੀਂ ਹੁੰਦੀ, ਪਰ ਆਪਣੀਆਂ ਜੜ੍ਹਾਂ ਆਪਣੇ ਵਿਰਸੇ ਤੋਂ ਮੁਨਕਰ ਹੋ ਜਾਣਾ, ਭੁੱਲ ਜਾਣਾ, ਬੇਮੁਖ ਹੋ ਜਾਣਾ, ਇਹ ਵੀ ਤਾਂ ਕੋਈ ਠੀਕ ਗੱਲ ਨਹੀਂ ਹੈ। ਆਪਣੇ ਅਸੀਂ ਸੋਚਿਆ ਸੀਗਾ ਬਈ ਜੋ ਲਾਇਬ੍ਰੇਰੀ ਵਿੱਚ ਸਾਡੇ ਕੋਲ ਹੋਰ ਇਤਿਹਾਸ ਸੰਭਾਲਿਆ ਜਾ ਰਿਹਾ, ਪੁਰਾਤਨ ਇਤਿਹਾਸ, ਗੁਰੂ ਸਾਹਿਬਾਨ ਦਾ ਇਤਿਹਾਸ, ਗਦਰੀ ਬਾਬਿਆਂ ਦਾ ਇਤਿਹਾਸ ਜਾਂ ਹੋਰ ਵੀ ਕੋਈ ਤਰ੍ਹਾਂ ਦਾ ਕੋਈ ਜਿਹੜਾ ਇਤਿਹਾਸ ਆਪਣਾ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਕਿ ਸਾਡੇ ਆਉਣ ਵਾਲੇ ਪੀੜ੍ਹੀਆਂ ਸੰਭਾਲ ਉਸ ਨੂੰ ਬਾਅਦ ਸਕਣ। ਸੋ ਇਸ ਤਰ੍ਹਾਂ ਹੀ ਸਾਡੀ ਇੱਛਾ ਵਾ ਵੀ ਆਪਣੇ ਨਗਰ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਕੋਈ ਜਾਣਕਾਰੀ ਹੋਵੇ ਉਹਨੂੰ ਜ਼ਰੂਰ ਲਾਇਬ੍ਰੇਰੀ ਵਿੱਚ ਪਹੁੰਚਦੀ ਕਰੋ, ਤਾਂ ਕਿ ਅਸੀਂ ਲਾਇਬ੍ਰੇਰੀ ਵੱਲੋਂ ਬਕਾਇਦਾ ਨਗਰ ਵਾਸੀਆਂ ਦੇ ਸਹਿਯੋਗ ਨਾਲ ਉਹਨੂੰ ਇੱਕ ਬੁੱਕ ਦੇ ਰੂਪ ਵਿੱਚ ਛਪਵਾ ਸਕੀਏ
ਤੇ ਤਾਂ ਹੀ ਸਾਡੇ ਤੁਸੀਂ ਸਭ ਨਗਰ ਵਾਸੀ ਜਾਂ ਹੋਰ ਵੀਰ ਜਿਹੜੇ ਵੀ ਦੂਰ ਨੇੜੇ ਬੈਠੇ ਹੋ ਤੇ ਸਾਡੇ ਲਾਇਬ੍ਰੇਰੀ ਤੱਕ ਉਹਨੂੰ ਪਹੁੰਚਦਾ ਕਰੋ। ਚੰਗਾ ਕਰਿਆ ਤੂੰ ਬਾਈ ਤਰ ਲੋਚਨਾ, ਚੰਗਾ ਕਰਿਆ ਤੂੰ ਬਾਈ ਤਰ ਲੋਚਨਾ, ਵਿਰਸਾ ਸੰਜੀਵ ਕਰਤਾ ਤੂੰ ਚੰਗਾ ਕਰਿਆ। ਚੌਂਕੀ ਮਾਨ ਦੀ ਨਿਰਾਲੀ ਨਗਰੀ, ਚੌਂਕੀ ਮਾਨ ਦੀ ਨਿਰਾਲੀ ਨਗਰੀ, ਜ਼ਿਲ੍ਹਾ ਲੁਧਿਆਣਾ ਦੱਸ ਦੇ ਓਏ ਚੌਂਕੀ ਮਾਨ ਦੀ, ਚੌਂਕੀ ਮਾਨ ਦੀ, ਓ ਚੌਂਕੀ ਮਾਨ ਦੀ। ਪਿੰਡ ਵਾਸੀਓ ਰੱਖਣਾ ਯਾਦ ਸਾਨੂੰ, ਪਿੰਡ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲ ਚੋਂ ਨਹੀਂ ਭੁਲਾ ਜਾਣਾ। ਪਿੰਡ ਵਾਸੀਓ ਰੱਖਣਾ ਯਾਦ ਸਾਨੂੰ।